ਸ਼ਾਲੋਮ, ਜੈ ਮਸੀਹ ਦੀ, ਪ੍ਰੇਜ਼ ਦ ਲਾਰਡ। ਸਾਰਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਸਮਰਥੀ ਨਾਮ ਵਿੱਚ ਮੈਂ ਇੱਕ ਵਾਰ ਫੇਰ ਪਿਆਰ ਭਰੀ ਜੈ ਮਸੀਹ ਦੀ ਬੋਲਦਾ ਹਾਂ ਔਰ ਧੰਨਵਾਦ ਦਿੰਦਾ ਜਿੰਨੇ ਜਨ ਤੁਸੀਂ ਸਾਡੇ ਨਾਲ ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚ ਹੋ। ਮੈਂ ਤੁਹਾਡਾ ਸਭ ਦਾ ਪ੍ਰਭੂ ਯੀਸ਼ੂ ਮਸੀਹ ਦੇ ਸਮਰਥੀ ਨਾਮ ਵਿੱਚ ਸਵਾਗਤ ਕਰਦਾ ਹਾਂ। ਅੱਜ ਜਿਸ ਵਿਸ਼ੇ 'ਤੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਉਹ ਵਿਸ਼ਾ ਬਹੁਤ ਹੀ ਮਹੱਤਵਪੂਰਨ ਹੈ ਔਰ ਇਹ ਵਿਸ਼ਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਅੱਜ ਤੱਕ ਕਈ ਲੋਕਾਂ ਨੂੰ ਇਸ ਵਿਸ਼ੇ 'ਤੇ ਸਹੀ ਤੇ ਢੁਕਵਾਂ ਜਵਾਬ ਨਹੀਂ ਮਿਲ ਪਾਇਆ। ਉਹ ਵਿਸ਼ਾ ਹੈ ਮੈਡੀਸਿਨ, ਦਵਾਈ। ਜਦੋਂ ਅਸੀਂ ਮਸੀਹ ਦੇ ਵਿੱਚ ਦਾਖਲ ਹੁੰਦੇ ਹਾਂ, ਬਹੁਤ ਸਾਰੇ ਭੈਣਾਂ ਭਰਾਵਾਂ ਦਾ ਆਪਣਾ ਆਪਣਾ ਵਿਚਾਰ ਹੈ, ਸਾਡੇ ਆਪਣੇ ਆਪਣੇ ਖਿਆਲ ਨੇ ਕਿ ਅਸੀਂ ਮਸੀਹ ਵਿੱਚ ਹਾਂ, ਅਸੀਂ ਦਵਾਈ ਨਹੀਂ ਲੈਣੀ। ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਮੈਡੀਸਿਨ ਨਹੀਂ ਲੈਂਦੇ। ਮੈਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਵੀ ਨੇ ਜਿਨ੍ਹਾਂ ਦਾ ਭਰੋਸਾ ਸਿਰਫ ਮੈਡੀਸਿਨ 'ਤੇ ਹੀ ਹੈ। ਸੋ ਇਸ ਜਗ੍ਹਾ 'ਤੇ ਬਹੁਤ ਵੱਡੀ ਇੱਕ ਪ੍ਰੋਬਲਮ ਹੈ। ਜਿਹੜੇ ਲੋਕ ਪ੍ਰਭੂ ਯੀਸ਼ੂ ਮਸੀਹ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਪਰਮੇਸ਼ਰ ਦੇ ਵਚਨ ਦਾ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ। ਅੱਜ ਅਸੀਂ ਇਸ ਵਿਸ਼ੇ 'ਤੇ ਤੁਹਾਡੇ ਨਾਲ ਗੱਲ ਕਰਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕਿ ਪਰਮੇਸ਼ਰ ਦਾ ਵਚਨ ਆਖਰ ਇਸ ਵਿਸ਼ੇ 'ਤੇ ਕੀ ਕਹਿੰਦਾ ਹੈ ਕਿ ਅਸੀਂ ਮੈਡੀਸਿਨ ਖਾ ਸਕਦੇ ਹਾਂ, ਕਿ ਅਸੀਂ ਦਵਾਈ ਲੈ ਸਕਦੇ ਹਾਂ ਜਾਂ ਨਹੀਂ ਲੈ ਸਕਦੇ। ਸਾਡਾ ਇਹ ਸਵਾਲ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਕਿ ਪ੍ਰਭੂ ਦੇ ਲੋਕਾਂ ਨੂੰ ਦਵਾਈ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ। ਸੋ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਇੱਕ ਆਇਤ ਪੜ੍ਹਾਂਗੇ ਔਰ ਉਹ ਸਾਨੂੰ ਕੁਝ ਇਸ ਤਰ੍ਹਾਂ ਦੱਸਦੀ ਹੈ। ਆਓ ਅਸੀਂ ਹਿਜ਼ਕੀਏਲ ਦੀ ਕਿਤਾਬ ਦੇ ਵਿੱਚ ਆਈਏ, ਉਸ ਦੇ ਨਾਲ ਸ਼ੁਰੂ ਕਰਾਂਗੇ। ਹਿਜ਼ਕੀਏਲ ਦੀ ਕਿਤਾਬ ਉਸ ਦਾ 47 ਅਧਿਆਇ ਤੇ ਉਹਦਾ 12 ਵਚਨ। ਦਾ ਬੁੱਕ ਆਫ ਹਿਜ਼ਕੀਏਲ 47 ਚੈਪਟਰ 12 ਵਰਸ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਅਤੇ ਨਾਲੇ ਦੇ ਨੇੜੇ ਉਹ ਦੇ ਦੋਨਾਂ ਕੰਢਿਆਂ ਦੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ, ਜਿਨ੍ਹਾਂ ਦੇ ਪੱਤੇ ਕਦੇ ਨਾ ਸੁੱਕਣਗੇ ਅਤੇ ਜਿਨ੍ਹਾਂ ਦੇ ਮੇਵੇ ਕਦੇ ਨਾ ਮੁੱਕਣਗੇ। ਉਹਨਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ, ਕਿਉਂ ਜੋ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ ਜਿਹੜੇ ਪਵਿੱਤਰ ਸਥਾਨ ਵਿੱਚੋਂ ਤੁਰਦੇ ਹਨ, ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤੇ ਦਵਾਈ ਦੇ ਕੰਮ ਆਉਣਗੇ। ਹਾਲੇਲੂਇਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਜਦੋਂ ਪਰਮੇਸ਼ਰ ਆਪਣੇ ਵਚਨ ਦੇ ਵਿੱਚ ਸਾਨੂੰ ਆਪਣੇ ਵਚਨ ਦੇ ਦੁਆਰਾ ਅਗਵਾਈ ਦਿੰਦਾ ਹੈ, ਜਦੋਂ ਗਾਈਡ ਕਰਦਾ ਹੈ, ਤਾਂ ਸਾਡੀਆਂ ਅੱਖਾਂ ਦੇ ਵਿੱਚੋਂ ਉਹਨਾਂ ਸਾਰੇ ਪਰਦਿਆਂ ਨੂੰ ਜਿਹੜੇ ਸਾਡੀਆਂ ਅੱਖਾਂ 'ਤੇ ਪਏ ਹੁੰਦੇ ਨੇ, ਸਾਨੂੰ ਕਈ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਤੇ ਉਹ ਪਰਦੇ ਪਰਮੇਸ਼ਰ ਦਾ ਵਚਨ ਚੁੱਕਦਾ ਹੈ। ਧਿਆਨ ਦਿਓ ਪਰਮੇਸ਼ਰ ਦੇ ਵਚਨ ਦੇ ਵਿੱਚ ਇਸ ਜਗ੍ਹਾ 'ਤੇ ਕੀ ਲਿਖਿਆ ਗਿਆ ਹੈ। ਅਸੀਂ ਜਾਣਦੇ ਹਾਂ ਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਪੈਦਾ ਹੋਇਆ ਹੈ ਪਰਮੇਸ਼ਰ ਨੇ ਬਣਾਇਆ ਹੈ ਤੇ ਬੜੀ ਯੋਜਨਾ ਦੇ ਨਾਲ ਬਣਾਇਆ ਹੈ। ਪਰਮੇਸ਼ਰ ਨੇ ਹਰ ਚੀਜ਼ ਨੂੰ, ਜਿਹੜੀ ਚੀਜ਼ ਇਸ ਸੰਸਾਰ ਦੇ ਵਿੱਚ ਰਚੀ ਹੈ, ਉਸ ਦੀ ਰਚਨਾ ਕਰਨ ਦਾ ਪਰਮੇਸ਼ਰ ਦਾ ਇੱਕ ਮਕਸਦ, ਉਸ ਦੀ ਇੱਕ ਯੋਜਨਾ ਸੀ। ਪਰਮੇਸ਼ਵਰ ਨੇ ਬਹੁਤ ਹੀ ਗਿਆਨ ਦੇ ਨਾਲ, ਬੜੀ ਸਮਝ ਦੇ ਨਾਲ, ਤੁਸੀਂ ਸਭ ਜਾਣਦੇ ਹੋ, ਵਿਸ਼ਵਾਸ ਕਰਦੇ ਹੋ ਕਿ ਸਾਡਾ ਪਰਮੇਸ਼ਰ ਬੁੱਧੀਮਾਨ ਪਰਮੇਸ਼ਰ ਹੈ। ਉਹ ਬੁੱਧੀਮਾਨ ਪਰਮੇਸ਼ਰ ਹੈ। ਉਹਨੇ ਜਦੋਂ ਧਰਤੀ ਦੀ ਨੀਂਹ ਰੱਖੀ, ਜਦੋਂ ਸੰਸਾਰ ਦੀ ਰਚਨਾ ਕੀਤੀ, ਜਦੋਂ ਸਭ ਚੀਜ਼ਾਂ ਨੂੰ ਬਣਾਇਆ, ਤੇ ਪਰਮੇਸ਼ਰ ਨੇ ਬਹੁਤ ਖੂਬਸੂਰਤੀ ਦੇ ਨਾਲ ਔਰ ਬਹੁਤ ਹੀ ਸਿਸਟਮੈਟਿਕਲੀ ਸਭ ਚੀਜ਼ਾਂ ਦਾ ਉਹਨੇ ਰਚਨਾ ਕੀਤੀ ਹੈ। ਸਾਡਾ ਪਰਮੇਸ਼ਰ ਬਹੁਤ ਹੀ ਮਹਾਨ ਪਰਮੇਸ਼ਰ ਹੈ। ਤੁਸੀਂ ਜਿੰਨੇ ਪਰਮੇਸ਼ਰ ਦੇ ਵਿੱਚੋਂ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਅਸੀਂ ਸਭ ਚੀਜ਼ਾਂ ਜਿਹੜੀਆਂ ਕੁਦਰਤ ਤੋਂ ਸਾਨੂੰ ਪ੍ਰਾਪਤ ਹੁੰਦੀਆਂ ਨੇ, ਅਸੀਂ ਉਹ ਲੈਂਦੇ ਹਾਂ ਤੇ ਉਹਨਾਂ ਨੂੰ ਯੂਜ਼ ਕਰਦੇ ਹਾਂ, ਉਹਨਾਂ ਨੂੰ ਅਸੀਂ ਵਰਤਦੇ ਹਾਂ। ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਰੋਜ਼ਾਨਾ ਦੇ ਖਾਣੇ ਵਿੱਚ ਵੀ ਯੂਜ਼ ਕਰਦੇ ਹਾਂ ਔਰ ਉਹ ਲਾਈਕ ਔਸ਼ਧੀ, ਇੱਕ ਦਵਾਈ ਦੀ ਤਰ੍ਹਾਂ ਵੀ ਹੈ। ਲਾਈਕ ਹਲਦੀ, ਅਸੀਂ ਹਲਦੀ ਨੂੰ ਸਾਰੇ ਆਪਣੇ ਘਰਾਂ ਵਿੱਚ ਯੂਜ਼ ਕਰਦੇ ਹਾਂ, ਲੇਕਿਨ ਉਹ ਇੱਕ ਮੈਡੀਸਿਨ ਹੈ। ਪਰਮੇਸ਼ਰ ਦੇ ਵਚਨ ਦੇ ਮੁਤਾਬਕ ਵੀ ਅਸੀਂ ਜਦੋਂ ਵੇਖਦੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਰਮੇਸ਼ਰ ਨੇ ਬਣਾਈਆਂ ਨੇ। ਅਸੀਂ ਜਦੋਂ ਫਲ ਫਰੂਟ ਖਾਂਦੇ ਹਾਂ, ਫਲ ਫਰੂਟ ਜਿਹੜੇ ਫਲ ਨੇ, ਫਲਾਂ ਦੇ ਵਿੱਚ ਜਿਹੜੇ ਵਿਟਾਮਿਨਸ ਨੇ, ਜੋ ਫਲਾਂ ਦੇ ਵਿੱਚ ਜਿਹੜੇ ਗੁਣ ਨੇ, ਉਹ ਵੀ ਸਾਡੇ ਲਈ ਇੱਕ ਮੈਡੀਸਿਨ ਦਾ ਕੰਮ ਕਰਦੇ ਨੇ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਸਾਡੀ ਇਮਿਊਨਿਟੀ ਪਾਵਰ ਨੂੰ ਪਰਮੇਸ਼ਰ ਦਾ ਵਚਨ ਜੋ ਸਾਨੂੰ ਅੱਜ ਸਿਖਾ ਰਿਹਾ ਹੈ ਵਧਾਉਣ ਦੇ ਲਈ ਅਸੀਂ ਤੇ ਵੇਖਦੇ ਹਾਂ ਕਈ ਤਰ੍ਹਾਂ ਦੇ ਮੇਵਿਆਂ ਦਾ ਜ਼ਿਕਰ ਕੀਤਾ ਗਿਆ ਹੈ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ, ਡਰਾਈ ਫਰੂਟਸ ਦੇ ਬਾਰੇ ਦੱਸਦੇ ਸੀ। ਡਰਾਈ ਫਰੂਟਸ ਅਸੀਂ ਸਾਰੇ ਖਾਂਦੇ ਹਾਂ, ਆਮ ਸੰਸਾਰ ਦੇ ਲੋਕ ਸਾਰੇ ਖਾਂਦੇ ਨੇ, ਪਰ ਡਰਾਈ ਫਰੂਟਸ ਕਿਉਂ ਨੇ, ਕੀ ਨੇ ਉਹਨਾਂ ਦਾ ਕੀ ਰੀਜ਼ਨ ਕੀ ਹੈ? ਪਰ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਉਹ ਮਨੁੱਖ ਵਾਸਤੇ ਪਰਮੇਸ਼ਰ ਦੇ ਵੱਲੋਂ ਕੁਦਰਤ ਦਾ ਤੋਹਫਾ ਹੈ। ਪਰਮੇਸ਼ਵਰ ਨੇ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਰਚੀਆਂ ਨੇ ਜਿਹੜੀਆਂ ਤੁਹਾਡੀ ਜੀਵਨ ਨੂੰ ਬਿਹਤਰ ਬਣਾਉਂਦੀਆਂ ਨੇ, ਵਧੀਆ ਬਣਾਉਂਦੀਆਂ ਨੇ।
ਪਰ ਕਈ ਲੋਕ ਇਸ ਚੀਜ਼ ਦਾ ਨਜਾਇਜ਼ ਫਾਇਦਾ ਵੀ ਚੁੱਕਦੇ ਨੇ, ਇਸ ਵਿੱਚ ਕੋਈ ਡਾਊਟ ਨਹੀਂ ਹੈ। ਪਰਮੇਸ਼ਰ ਦਾ ਵਚਨ ਸਾਨੂੰ ਨਸ਼ਾ ਲੈਣ ਤੋਂ ਮਨਾ ਕਰਦਾ ਹੈ। ਤੁਸੀਂ ਜਾਣਦੇ ਹੋ, ਅਗਰ ਉਹ ਨਸ਼ਾ ਹੈ, ਸੰਸਾਰ ਤੇ ਬਣਾਇਆ ਗਿਆ ਹੈ ਨਸ਼ਾ ਹੈ, ਤਾਂ ਉਹ ਕਿਤੇ ਨਾ ਕਿਤੇ ਮੈਡੀਸਨ ਦੇ ਵਿੱਚ ਯੂਜ਼ ਹੁੰਦਾ ਹੈ। ਜਦੋਂ ਤੁਸੀਂ ਜਾਣਦੇ ਹੋ ਕਿ ਅਗਰ ਅਸੀਂ ਧਿਆਨ ਦਿੰਦੇ ਹਾਂ, ਲੇਬਰ ਪੇਨ ਜਦੋਂ ਹੁੰਦੀ ਹੈ, ਜਦੋਂ ਇਸਤਰੀ ਜਦੋਂ ਜੱਚਾ ਜਾਂ ਬੱਚਾ ਜਨਮ ਵਾਲੀ ਔਰਤ ਜਿਹੜੀ ਹੈ, ਉਸ ਨੂੰ ਉਸ ਵਕਤ ਉਹ ਮੈਡੀਸਨ ਦਿੱਤੀ ਜਾਂਦੀ ਹੈ। ਔਰ ਇਸੇ ਤਰ੍ਹਾਂ ਤਰ੍ਹਾਂ ਦੇ ਟਾਈਮ ਦੇ ਉੱਤੇ ਅਲੱਗ-ਅਲੱਗ ਸਮੇਂ ਤੇ ਆਪਰੇਸ਼ਨ ਦੇ ਦਰਮਿਆਨ ਜਦੋਂ ਡਾਕਟਰ ਕੁਛ ਨਾ ਕੁਛ ਟ੍ਰੀਟਮੈਂਟ ਕਿਸੇ ਦਾ ਕਰਦੇ ਨੇ, ਤੇ ਉਸ ਵਕਤ ਉਹ ਚੀਜ਼ਾਂ ਦੀ ਉਹ ਵਰਤੋਂ ਕਰਦੇ ਨੇ ਜਿਹੜੀਆਂ ਅੱਜ ਅਸੀਂ ਨਸ਼ੇ ਦੇ ਰੂਪ ਵਿੱਚ ਵੇਖ ਲੈਂਦੇ ਹਾਂ। ਪਰ ਅਸੀਂ ਦੇਖਦੇ ਹਾਂ ਕਿ ਸੰਸਾਰ ਦੇ ਲੋਕ ਜਿਹੜੇ ਨੇ ਉਹਨਾਂ ਦਾ ਮਿਸਯੂਜ਼ ਕਰਦੇ ਨੇ। ਮੈਂ ਪਰਮੇਸ਼ਰ ਦੇ ਵਚਨ 'ਚੋਂ ਤੁਹਾਨੂੰ ਜਿਹੜੀਆਂ ਗੱਲਾਂ ਦੱਸਣਾ ਚਾਹੁੰਦਾ ਉਹ ਇਹ ਹੈ ਕਿ ਮਸੀਹ ਵਿੱਚ ਹੋਣ ਦੇ ਨਾਤੇ ਕੀ ਅਸੀਂ ਮੈਡੀਸਿਨ ਲੈ ਸਕਦੇ ਹਾਂ ਜਾਂ ਨਹੀਂ ਲੈ ਸਕਦੇ। ਇਸ ਜਗ੍ਹਾ ਤੇ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਉਹ ਜਿਹੜੇ ਮੇਵੇ ਨੇ, ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤੇ ਦਵਾਈ ਦੇ ਕੰਮ ਆਉਣਗੇ। ਅਸੀਂ ਜਾਣਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਪਰਮੇਸ਼ਵਰ ਅਲੱਗ-ਅਲੱਗ ਤਰੀਕੇ ਦੇ ਨਾਲ ਲੋਕਾਂ ਨੂੰ ਗਾਈਡ ਕਰਦੇ ਰਹੇ ਨੇ। ਪਰਮੇਸ਼ਰ ਦਾ ਵਚਨ ਦੇ ਵਿੱਚ ਬਹੁਤ ਸਾਰੇ ਨਬੀਆਂ ਨੇ ਗਾਈਡ ਕੀਤਾ ਹੈ। ਜਦੋਂ ਅਸੀਂ ਪਰਮੇਸ਼ਰ ਦੇ ਵਚਨ 'ਚ ਬਹੁਤ ਸਾਰੇ ਇਹੋ ਜਿਹੇ ਸੰਤਾਂ ਨਬੀਆਂ ਦੇ ਜ਼ਿਕਰ ਬਾਈਬਲ ਦੇ ਵਿੱਚ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਚੱਲਦਾ ਹੈ ਕਿ ਪਰਮੇਸ਼ਵਰ ਨੇ ਅਲੱਗ-ਅਲੱਗ ਸਮੇਂ ਤੇ ਲੋਕਾਂ ਨੂੰ ਮੈਡੀਸਿਨ ਦੇ ਨਾਲ ਵੀ ਲੋਕਾਂ ਨੂੰ ਚੰਗਾਈ ਦਿੱਤੀ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਮੈਡੀਸਿਨ ਜਿਵੇਂ ਕਿ ਅੰਜੀਰ ਦੇ ਪੱਤੇ, ਅਸੀਂ ਪੁਰਾਣੇ ਨਿਯਮ 'ਚ ਪੜ੍ਹਦੇ ਹਾਂ, ਜਦੋਂ ਪਰਮੇਸ਼ਵਰ ਨੇ ਅੰਜੀਰ ਦੇ ਪੱਤਿਆਂ ਦਾ ਜ਼ਿਕਰ ਕੀਤਾ ਤਾਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਇਜ਼ਕੀਏਲ ਨੂੰ ਜਦੋਂ ਕਿਹਾ ਸੀ ਕਿ ਜਦੋਂ ਤੁਸੀਂ ਜਾਣਦੇ ਹੋ ਕਿ ਉਹਦੀ ਪਿੱਠ ਦੇ ਉੱਤੇ ਫੋੜਾ ਸੀ, ਉਸਨੇ ਪੁੱਬਾ ਮਾਰ ਕੇ ਪਰਮੇਸ਼ਵਰ ਦੇ ਅੱਗੇ ਰੋ ਕੇ ਪ੍ਰਾਰਥਨਾ ਕੀਤੀ, ਤਾਂ ਪਰਮੇਸ਼ਵਰ ਦਾ ਦਾਸ ਯਸ਼ਾਇਆ ਜੋ ਪਹਿਲਾਂ ਉਸ ਨੂੰ ਕਹਿ ਚੁੱਕਾ ਸੀ ਕਿ ਹੁਣ ਤੇਰਾ ਆਖਰੀ ਟਾਈਮ ਆ ਚੁੱਕਾ ਹੈ, ਲੇਕਿਨ ਪਰਮੇਸ਼ਵਰ ਨੇ ਰਸਤੇ ਦੇ ਵਿੱਚੋਂ ਹੀ ਯਸ਼ਾਇਆ ਨੂੰ ਮੋੜਿਆ ਤੇ ਉਹਨੂੰ ਕਿਹਾ ਕਿ ਅੰਜੀਰ ਦੇ ਪੱਤਿਆਂ ਦਾ ਲੇਪ ਕਰਕੇ, ਜਾਣਦੇ ਹੋ ਤੁਸੀਂ ਉਹ ਕਿਹੜੀ ਬਿਮਾਰੀ ਸੀ? ਬਾਈਬਲ ਦੇ ਅਗਰ ਸਕਾਲਰਸ ਦੇ ਹਿਸਾਬ ਨਾਲ ਵੇਖੋਗੇ ਤਾਂ ਉਹ ਕੈਂਸਰ ਸੀ, ਲੇਕਿਨ ਉਸ ਨੂੰ ਪਰਮੇਸ਼ਵਰ ਨੇ ਔਸ਼ਧੀ ਉਹਨਾਂ ਪੱਤਿਆਂ ਦੇ ਦੁਆਰਾ ਹੀ ਚੰਗਾਈ ਦੇ ਦਿੱਤੀ। ਉਹਦੀ ਉਮਰ ਦੇ ਵਿੱਚ ਵਾਧਾ ਕਰ ਦਿੱਤਾ। ਪਰਮੇਸ਼ਵਰ ਨੇ ਉਹਦੀ ਉਮਰ ਨੂੰ ਹੋਰ ਜ਼ਿਆਦਾ ਦਰਾਜ਼ ਕਰ ਦਿੱਤਾ। ਇਹਦਾ ਮਤਲਬ ਕੀ ਹੈ? ਪਰਮੇਸ਼ਵਰ ਜੋ ਚਾਹੇ ਕਰ ਸਕਦਾ ਹੈ। ਔਰ ਪਰਮੇਸ਼ਵਰ ਦਾ ਵਚਨ ਸਾਨੂੰ ਇਹ ਦੱਸਦਾ ਹੈ ਕਿ ਪਰਮੇਸ਼ਵਰ ਮੈਡੀਸਿਨ ਦੇ ਅਗੇਂਸਟ ਨਹੀਂ ਹੈ, ਪਰ ਜਦੋਂ ਲੋੜ ਪੈਣ ਤੇ ਤੁਹਾਨੂੰ ਉਹ ਲੈਣੀ ਪਵੇ। ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਲੋੜ ਪੈਣ ਤੇ ਵੀ ਮੈਡੀਸਿਨ ਨਹੀਂ ਲੈਂਦੇ। ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ, ਪਰਮੇਸ਼ਰ ਦਾ ਵਚਨ ਆਖਦਾ ਹੈ ਕਿ ਪਰਮੇਸ਼ਰ ਮੈਡੀਸਿਨ ਦੇ ਖਿਲਾਫ ਨਹੀਂ। ਕਈ ਲੋਕਾਂ ਦਾ ਇਸ ਤਰ੍ਹਾਂ ਦਾ ਵਿਵਾਦ ਵੀ ਹੁੰਦਾ ਹੈ, ਜਿਵੇਂ ਕਿ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬਹੁਤ ਸਾਰੇ ਲੋਕਾਂ ਦਾ ਵਿਵਾਦ ਇਹ ਹੁੰਦਾ ਹੈ ਕਿ ਇਹ ਤਾਂ ਪੁਰਾਣੇ ਨਿਯਮ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ, ਨਵੇਂ ਨਿਯਮ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਤਾਂ ਕਈ ਲੋਕ ਇਸ ਤਰ੍ਹਾਂ ਦੇ ਸਵਾਲ ਜਵਾਬ ਦੇ ਵਿੱਚ ਵੀ ਪੈ ਸਕਦੇ ਨੇ, ਪਰ ਮੈਂ ਅੱਜ ਦਾ ਜਿਹੜਾ ਵਿਸ਼ਾ ਤੁਹਾਡੇ ਨਾਲ ਲੈ ਕੇ ਆਇਆ ਉਹ ਇੱਕ ਸਵਾਲ ਦਾ ਜਵਾਬ ਹੈ। ਉਹ ਸਵਾਲ ਇਹ ਹੈ ਕਿ ਅਸੀਂ ਮਸੀਹ ਵਿੱਚ ਹਾਂ, ਅਸੀਂ ਦਵਾਈ ਲੈ ਸਕਦੇ ਹਾਂ। ਜਿਵੇਂ ਮੈਂ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ ਗਿਆ, ਅਗਰ ਤੁਹਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਸਵਾਲ ਹੋਵੇ, ਜਿਹੜੇ ਸਵਾਲ ਦਾ ਤੁਹਾਨੂੰ ਨਾ ਪਤਾ ਲੱਗਦਾ ਹੋਵੇ, ਉਹਦਾ ਜਵਾਬ ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ। ਔਰ ਉਸ ਜਵਾਬ ਨੂੰ ਤੁਸੀਂ ਅਗਰ ਲੈਣਾ ਹੈ, ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣਾ ਕੁਐਸਚਨ ਜਿਹੜਾ ਸਵਾਲ ਹੈ, ਤੁਸੀਂ ਵੀ ਆਪਣਾ ਸਵਾਲ ਜਿਹੜਾ ਰੱਖ ਸਕਦੇ ਹੋ, ਤਾਂ ਕਿ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਉਹਨਾਂ ਗੱਲਾਂ ਦੇ ਜਵਾਬ ਦਿੰਦੇ ਰਹਿ ਸਕੀਏ। ਮੈਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅੱਜ ਤੁਹਾਨੂੰ ਜੋ ਦੱਸਣਾ ਚਾਹੁੰਦਾ ਉਹ ਇਹ ਹੈ ਕਿ ਦਵਾਈ ਅਸੀਂ ਲੈ ਸਕਦੇ ਹਾਂ ਜਾਂ ਨਹੀਂ। ਤੁਸੀਂ ਆਪ ਹੀ ਫੈਸਲਾ ਕਰ ਲਓ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ। ਤਾਂ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹ ਸਿਰਫ ਪੁਰਾਣੇ ਨਿਯਮ ਦੇ ਵਿੱਚ ਲਿਖੀ ਹੋਈ ਗੱਲ ਹੈ, ਨਵੇਂ ਨਿਯਮ ਦੇ ਮੁਤਾਬਕ ਇਹ ਨਹੀਂ ਹੈ, ਅਸੀਂ ਦਵਾਈ ਨਹੀਂ ਲੈ ਸਕਦੇ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆਪਣੇ ਦਿਮਾਗ ਦੇ ਵਿੱਚ ਸਵਾਲ ਰੱਖਦੇ ਨੇ। ਮੈਂ ਉਹਨਾਂ ਵਾਸਤੇ ਵੀ ਪਰਮੇਸ਼ਰ ਦੇ ਵਚਨ ਦੇ ਵਿੱਚ ਆਵਾਂਗਾ। ਮੇਰੇ ਨਾਲ ਤੁਸੀਂ ਪੜ੍ਹ ਸਕਦੇ ਹੋ ਰੈਵਲੇਸ਼ਨ ਦੀ ਬੁੱਕ, ਪ੍ਰਕਾਸ਼ ਦੀ ਪੋਥੀ ਨਵੇਂ ਨਿਯਮ ਦੇ ਵਿੱਚ ਹੈ। ਜਿਨ੍ਹਾਂ ਕੋਲ ਵੀ ਪਵਿੱਤਰ ਬਾਈਬਲ ਹੈ ਜ਼ਰੂਰ ਖੋਲੀਏਗਾ। ਉਸ ਦਾ 22 ਅਧਿਆਇ ਦੀ ਤੇ 2 ਆਇਤ, ਉਸ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਹੈ, ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬ੍ਰਿਸ਼ ਹੈ, ਉਹਨਾਂ ਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਆਪਣਾ ਫਲ ਮਹੀਨਾ ਦਿੰਦਾ ਹੈ ਅਤੇ ਉਸ ਬ੍ਰਿਸ਼ ਦੇ ਪੱਤੇ ਕੌਮਾਂ ਦੇ ਇਲਾਜ ਲਈ ਹਨ। ਹਾਲੇਲੂਇਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਨਵੇਂ ਨਿਯਮ ਦੇ ਵਿੱਚ ਇਹ ਗੱਲ ਅਸੀਂ ਪੜ੍ਹੀ ਹੈ। ਨਵੇਂ ਨਿਯਮ ਦੇ ਵਿੱਚ ਪ੍ਰਕਾਸ਼ ਦੀ ਪੋਥੀ ਦੀ 22 ਦੀ 2 ਆਇਤ ਸਾਨੂੰ ਬਿਆਨ ਕਰਦੀ ਹੈ ਸੇਮ ਉਹੀ ਗੱਲ ਜਿਹੜੀ ਅਸੀਂ ਇਜ਼ਕੀਏਲ ਦੀ ਕਿਤਾਬ ਦੇ ਵਿੱਚੋਂ ਪੜ੍ਹੀ ਹੈ। ਸੇਮ ਉਸੇ ਤਰ੍ਹਾਂ ਇਹ ਵਚਨ ਸਾਨੂੰ ਪ੍ਰਕਾਸ਼ ਦੀ ਪੋਥੀ ਦੇ ਵਿੱਚ ਵੀ ਮਿਲਦਾ ਹੈ। ਪ੍ਰਕਾਸ਼ ਦੀ ਪੋਥੀ ਦੇ ਵਿੱਚ ਪਰਮੇਸ਼ਰ ਦੇ ਵਚਨ ਬਹੁਤ ਸਾਫ਼ ਤਰੀਕੇ ਨਾਲ ਫਿਰ ਇੱਥੇ ਉਹੀ ਸ਼ਬਦ ਲਿਖਿਆ ਗਿਆ ਹੈ ਕਿ ਉਸ ਦੇ ਪੱਤੇ ਇਲਾਜ ਦੇ ਲਈ ਹੋਣਗੇ। ਸੋ ਮੈਂ ਅੱਜ ਤੁਹਾਡੇ ਨਾਲ ਜਿਸ ਵਿਸ਼ੇ ਤੇ ਗੱਲ ਕਰ ਰਿਹਾ ਉਹ ਇਹ ਹੈ ਕਿ ਪਰਮੇਸ਼ਵਰ ਜਦੋਂ ਇਸ ਸੰਸਾਰ ਤੇ ਕਿਸੇ ਚੀਜ਼ ਦੀ ਰਚਨਾ ਕਰਦਾ ਹੈ ਤਾਂ ਉਹ ਬਿਨਾਂ ਮਕਸਦ ਤੋਂ ਨਹੀਂ ਕਰਦਾ। ਪਰਮੇਸ਼ਰ ਨੇ ਸਾਡੀ ਤੇ ਤੁਹਾਡੀ ਰਚਨਾ ਕੀਤੀ ਹੈ, ਉਸ ਦਾ ਵੀ ਇੱਕ ਮਕਸਦ ਹੈ। ਅਸੀਂ ਜਾਣਦੇ ਹਾਂ ਕਿ ਅੱਜ ਦੇ ਇਸ ਵਰਤਮਾਨ ਸਮੇਂ ਦੇ ਵਿੱਚ
बहुत सारे लोग ने ਜਿਹੜੇ ਮੈਡੀਸਨ ਤੇ ਹੀ ਡਿਪੈਂਡ ਨੇ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੈਡੀਸਨ ਤੇ ਡਿਪੈਂਡ ਹੋਵੋ। ਮੈਂ ਇਹ ਚਾਹੁੰਦਾ ਕਿ ਸਮਾਂ ਪੈਣ ਤੇ ਅਗਰ ਤੁਹਾਨੂੰ ਟ੍ਰੀਟਮੈਂਟ ਦੀ ਜ਼ਰੂਰਤ ਪੈ ਜਾਵੇ ਤਾਂ ਤੁਸੀਂ ਟ੍ਰੀਟਮੈਂਟ ਲੈ ਸਕਦੇ ਹੋ। ਟ੍ਰੀਟਮੈਂਟ ਲੈਣਾ ਕੋਈ ਪਾਪ ਨਹੀਂ ਹੈ ਔਰ ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਪਰਮੇਸ਼ਵਰ ਮੈਡੀਸਨ ਦੇ ਵਿਰੋਧ ਦੇ ਵਿੱਚ ਨਹੀਂ ਹੈ। ਅਸੀਂ ਇਸ ਜਗ੍ਹਾ ਤੇ ਜੋ ਦੇਖਿਆ ਕਿ ਉਸ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹੋਣਗੇ ਦਾ ਮਤਲਬ ਕੀ ਹੈ ਕਿ ਪਰਮੇਸ਼ਵਰ ਇਸ ਜਗ੍ਹਾ ਤੇ ਵੀ ਮੈਡੀਸਨ ਦੀ ਗੱਲ ਕਰਦੇ ਦਾ ਮਤਲਬ ਪਰਮੇਸ਼ਵਰ ਮੈਡੀਸਨ ਦੇ ਅਗੇਂਸਟ ਨਹੀਂ ਹਨ। ਅਸੀਂ ਮੈਡੀਸਨ ਯੂਜ਼ ਕਰ ਸਕਦੇ ਹਾਂ, ਪਰ ਮੈਡੀਸਨ ਸਮਾਂ ਪੈਣ ਤੇ ਜਦੋਂ ਸਾਨੂੰ ਜ਼ਰੂਰਤ ਹੋਵੇ ਟ੍ਰੀਟਮੈਂਟ ਦੀ ਤਾਂ ਤੁਸੀਂ ਟ੍ਰੀਟਮੈਂਟ ਲੈ ਸਕਦੇ ਹੋ। ਪਰ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਟ੍ਰੀਟਮੈਂਟ ਲੈਣਾ ਅੱਜ ਇਸ ਸੰਸਾਰ ਦੇ ਵਿੱਚ ਮੈਂ ਇੱਕ ਤੁਹਾਡਾ ਜਿਹੜਾ ਭੁਲੇਖਾ ਦੂਰ ਕਰਨ ਦੇ ਲਈ ਕੁਝ ਗੱਲਾਂ ਬੋਲਣਾ ਚਾਹੁੰਦਾ। ਜਿਹੜੇ ਮੈਡੀਕਲ ਚਿੰਨ੍ਹ ਨੇ, 2 ਮੈਡੀਕਲ ਚਿੰਨ੍ਹ ਨੇ, ਇੱਕ ਰੈੱਡ ਕ੍ਰਾਸ ਹੈ ਔਰ ਇੱਕ ਡੰਡੇ ਤੇ ਲਿਪਟਿਆ ਹੋਇਆ ਸੱਪ ਹੈ। ਤੁਸੀਂ ਜਾਣਦੇ ਹੋ ਕਿ ਦੋਨੋਂ ਦੇ ਦੋਨੋਂ ਮੈਡੀਕਲ ਚਿੰਨ੍ਹ ਬਾਈਬਲ ਦੇ ਵਿੱਚੋਂ ਨੇ, ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਨੇ। ਕਈ ਲੋਕਾਂ ਨੂੰ, ਕਈ ਡਾਕਟਰਾਂ ਨੂੰ ਵੀ ਇਹ ਸਵਾਲ ਪੁੱਛਦੇ ਤਾਂ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਰੈੱਡ ਕ੍ਰਾਸ ਕਿਉਂ ਹੈ, ਕ੍ਰਾਸ ਰੈੱਡ ਕਿਉਂ ਹੈ। ਅੱਜ ਉਸ ਨੂੰ ਪਲੱਸ ਬਣਾ ਕੇ ਰੱਖ ਦਿੱਤਾ ਗਿਆ, ਜਦ ਕਿ ਬੋਲਿਆ ਉਹਨੂੰ ਕ੍ਰਾਸ ਜਾਂਦਾ ਹੈ। ਕ੍ਰਾਸ, ਰੈੱਡ ਕ੍ਰਾਸ ਦਾ ਮਤਲਬ ਜਾਣਦੇ ਹੋ ਤੁਸੀਂ ਕਿ ਕਰੂਸ ਦੇ ਉੱਤੇ ਪ੍ਰਭੂ ਯੀਸ਼ੂ ਮਸੀਹ ਨੇ ਆਪਣਾ ਲਹੂ ਬਹਾ ਕੇ, ਆਪਣੀ ਜਾਨ ਦੇ ਕੇ ਉਸ ਕਰੂਸ ਦੇ ਉੱਤੇ ਸਾਡਾ ਤੇ ਤੁਹਾਡਾ ਮੁੱਲ ਚੁਕਾਇਆ ਹੈ। ਪ੍ਰਭੂ ਯੀਸ਼ੂ ਮਸੀਹ ਦਾ ਖੂਨ ਉਸ ਕਰੂਸ ਉੱਤੇ ਬਹਾਇਆ ਗਿਆ, ਇਸ ਲਈ ਉਹ ਰੈੱਡ ਹੈ। ਸ਼ਿਫਾਵਾਂ ਅੱਜ ਵੀ ਯੀਸ਼ੂ ਮਸੀਹ ਦੇ ਦੁਆਰਾ ਔਰ ਪਰਮੇਸ਼ਵਰ ਦੇ ਦੁਆਰਾ ਹੀ ਹਨ। ਜੋ ਕੁਝ ਵੀ ਸੰਸਾਰ ਤੇ ਵਰਤਿਆ ਜਾ ਰਿਹਾ ਉਹ ਸਾਡੇ ਪਰਮੇਸ਼ਵਰ ਦਾ ਬਣਾਇਆ ਹੋਇਆ ਹੈ ਔਰ ਪਰਮੇਸ਼ਵਰ ਨੇ ਹੀ ਸਾਰੀਆਂ ਚੀਜ਼ਾਂ ਨੂੰ ਰਚਿਆ। ਔਰ ਪਰਮੇਸ਼ਵਰ ਦਾ ਧੰਨਵਾਦ ਕਰਦੇ। ਡੰਡੇ ਤੇ ਲਿਪਟੇ ਸੱਪ ਦੇ ਬਾਰੇ ਵੀ ਤੁਸੀਂ ਜਾਣਦੇ ਹੋ। ਪੁਰਾਣੇ ਨਿਯਮ ਦੇ ਵਿੱਚ ਜਦੋਂ ਮੂਸਾ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਮਰ ਰਹੇ ਸਨ, ਇਲਾਜ ਤੋਂ ਬਿਨਾਂ ਮਰ ਰਹੇ ਸਨ। ਉਹਨਾਂ ਦਾ ਕੋਈ ਡਾਕਟਰ ਨਹੀਂ ਸੀ, ਉਹਨਾਂ ਕੋਲ ਕੋਈ ਡਾਕਟਰ ਨਹੀਂ ਸੀ। ਉਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਕੋਲ ਕੋਈ ਡਾਕਟਰ ਨਹੀਂ ਸੀ, ਕੋਈ ਵੈਦ ਨਹੀਂ ਸੀ। ਪਰਮੇਸ਼ਵਰ ਨੇ ਨਾ ਕਿਸੇ ਵੈਦ ਦੀ ਰਚਨਾ ਕੀਤੀ, ਪਰਮੇਸ਼ਵਰ ਨੇ ਸਿਰਫ ਕੀ ਕੀਤਾ ਸੀ, ਉਹਨਾਂ ਨੂੰ ਇਲਾਜ ਦਿੱਤੇ ਸਨ। ਅਸੀਂ ਦੇਖਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਲੋਕ ਔਸ਼ਧੀਆਂ ਨੂੰ, ਮਤਲਬ ਕਿ ਇਲਾਜ ਦੇ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਦੇ ਸਨ। ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਲੋਕ ਬੁਖਾਰ ਹੋ ਜਾਂਦਾ ਸੀ ਤਾਂ ਲੋਕ ਕਹਿੰਦੇ ਨੇ ਕਿ ਚਾਹ ਦੇ ਵਿੱਚ ਅਜਵਾਇਣ ਪਾ ਕੇ ਪੀ ਲੈਂਦੇ ਸੀ ਤਾਂ ਠੀਕ ਹੋ ਜਾਂਦੀ ਸੀ, ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਘਰੇਲੂ ਨੁਸਖੇ ਸਨ ਜਿਨ੍ਹਾਂ ਨੂੰ ਲੋਕ ਯੂਜ਼ ਕਰਦੇ ਸਨ ਔਰ ਚੰਗੇ ਹੁੰਦੇ ਸਨ। ਪਰ ਅੱਜ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਤੁਲਸੀ ਹੈ ਔਰ ਹੋਰ ਕਈ ਚੀਜ਼ਾਂ ਨੇ। ਮੈਂ ਅੱਜ ਕਿਸੇ ਚੀਜ਼ ਦੀ ਐਡ ਨਹੀਂ ਕਰ ਰਿਹਾ, ਪਰ ਦੱਸਣਾ ਚਾਹੁੰਦਾ ਕਿ ਇਹ ਸਭ ਚੀਜ਼ਾਂ ਦਾ ਰਚਣ ਵਾਲਾ ਪਰਮੇਸ਼ਵਰ ਹੈ। ਅੱਜ ਬਹੁਤ ਸਾਰੀਆਂ ਚੀਜ਼ਾਂ ਅੱਛੀਆਂ ਨੇ, ਲੋਕ ਉਹਨਾਂ ਦੀ ਪੂਜਾ ਕਰਨ ਲੱਗ ਪਏ ਨੇ, ਪਰ ਉਹ ਪੂਜਾ ਕਰਨ ਦੇ ਲਈ ਨਹੀਂ ਹਨ। ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਨੇ ਰਚੀਆਂ ਨੇ ਉਹ ਤੁਹਾਡੇ ਲਈ ਤੇ ਸਾਡੇ ਲਈ, ਸਾਡੀ ਸਿਹਤ ਲਈ ਇਹ ਵਧੀਆ ਹੋਣ ਲਈ, ਸਾਡੀ ਸਿਹਤ ਲਈ ਅੱਛੀਆਂ ਚੀਜ਼ਾਂ ਨੇ। ਉਹਨਾਂ ਨੂੰ ਪਰਮੇਸ਼ਵਰ ਨੇ ਸਾਡੇ ਲਈ ਤੇ ਤੁਹਾਡੇ ਲਈ ਰਚਿਆ ਹੈ। ਪਰਮੇਸ਼ਵਰ ਇਹ ਨਹੀਂ ਚਾਹੁੰਦੇ ਕਿ ਤੁਸੀਂ ਕਿਸੇ ਪੌਦੇ ਦੀ ਪੂਜਾ ਕਰੋ। ਪਰਮੇਸ਼ਵਰ ਇਹ ਚਾਹੁੰਦੇ ਨੇ ਕਿ ਅਗਰ ਪੌਦਾ ਪਰਮੇਸ਼ਵਰ ਨੇ ਤੁਹਾਡੇ ਲਈ ਬਣਾਇਆ, ਅਗਰ ਉਹ ਤੁਹਾਨੂੰ ਬੈਨੀਫਿਟ ਦਿੰਦਾ ਹੈ ਤਾਂ ਤੁਸੀਂ ਉਸ ਨੂੰ ਬੈਨੀਫਿਟ ਦੇ ਤੌਰ ਤੇ ਯੂਜ਼ ਕਰ ਸਕਦੇ ਹੋ। ਪਰਮੇਸ਼ਵਰ ਦਾ ਧੰਨਵਾਦ ਹੈ ਕਿ ਪਰਮੇਸ਼ਵਰ ਸੱਚਮੁੱਚ ਬਹੁਤ ਹੀ ਗਿਆਨਵਾਨ ਤੇ ਬੁੱਧੀਮਾਨ ਪਰਮੇਸ਼ਵਰ ਹੈ। ਸੋ ਮੈਂ ਦੱਸਣਾ ਚਾਹੁੰਦਾ ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਜਿਹੜਾ ਰੈੱਡ ਕ੍ਰਾਸ ਹੈ ਉਹ ਵੀ ਬਾਈਬਲ ਦੇ ਵਿੱਚੋਂ ਹੈ, ਔਰ ਜੋ ਡੰਡੇ ਤੇ ਲਿਪਟਿਆ ਹੋਇਆ ਸੱਪ, ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੂਸਾ ਦੇ ਸਮੇਂ ਦੇ ਵਿੱਚ ਲੋਕ ਬਿਨਾਂ ਇਲਾਜ ਤੋਂ ਮਰ ਰਹੇ ਸਨ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਇਲਾਜ ਦਿੱਤਾ। ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਬਿਮਾਰੀ ਹੈ ਉਹ ਕਿਉਂ ਆਉਂਦੀ ਹੈ। ਪਰਮੇਸ਼ਵਰ ਦੇ ਵਚਨ 'ਚ ਲਿਖਿਆ ਕਿ ਉਹ ਲੋਕ ਕਿਉਂ ਮਰਨ ਵਾਲੇ ਹੋ ਗਏ, ਕਿਉਂ ਉਹਨਾਂ ਨੂੰ ਸੱਪ ਡਸਣ ਲੱਗੇ, ਕਿਉਂ ਮਰਨ ਲੱਗ ਪਏ, ਕਿਉਂਕਿ ਉਹਨਾਂ ਨੇ ਪਾਪ ਕੀਤਾ ਸੀ। ਔਰ ਬਾਈਬਲ ਦੱਸਦੀ ਕਿ ਪਾਪ ਦੀ ਮਜ਼ਦੂਰੀ ਮੌਤ ਹੈ। ਜਦੋਂ ਉਹਨਾਂ ਨੇ ਪਾਪ ਕੀਤਾ ਤੇ ਉਹਨਾਂ ਨੂੰ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਉਹਨਾਂ ਤੇ ਦੰਡ ਆ ਗਿਆ। ਜਦੋਂ ਦੰਡ ਆਇਆ ਤਾਂ ਬਾਈਬਲ 'ਚ ਲਿਖਿਆ ਕਿ ਉਹਨਾਂ ਲੋਕਾਂ ਨੇ ਪਛਤਾਵਾ ਕੀਤਾ। ਮੂਸਾ ਦੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਪਛਤਾਵਾ ਕੀਤਾ, ਆਪਣੇ ਪਾਪਾਂ ਤੋਂ ਫਿਰੇ, ਤਦ ਪਰਮੇਸ਼ਵਰ ਨੇ ਉਹਨਾਂ ਤੇ ਅਨੁਗ੍ਰਹਿ ਕੀਤਾ, ਉਹਨਾਂ ਨੂੰ ਇਲਾਜ ਭੇਜਿਆ। ਇਲਾਜ ਕੀ ਸੀ? ਉਹਨਾਂ ਨੂੰ ਕਿਹਾ ਗਿਆ ਸੀ ਮੂਸਾ ਦੇ ਸਮੇਂ ਦੇ ਵਿੱਚ ਕਿ ਮੂਸਾ ਤੂੰ ਇੱਕ ਡੰਡੇ ਤੇ ਸੱਪ ਨੂੰ, ਮਤਲਬ ਚਾਂਦੀ ਦਾ ਸੱਪ ਲਪੇਟ ਕੇ ਇੱਕ ਉੱਚੇ ਸਥਾਨ ਤੇ ਰੱਖ ਦੇ, ਤਾਂ ਕਿ ਜਿਹੜਾ ਵਿਅਕਤੀ ਉਸ ਵੱਲ ਤੱਕਦਾ ਰਹੇਗਾ ਉਹ ਬਚ ਜਾਏਗਾ। ਧਿਆਨ ਦਿਓ, ਇਹ ਮੈਡੀਕਲ ਚਿੰਨ੍ਹ ਬਾਈਬਲ ਦੇ ਵਿੱਚੋਂ ਹਨ। ਔਰ ਫਿਰ ਉਸ ਵਕਤ ਬਾਈਬਲ ਦੱਸਦੀ ਹੈ ਕਿ ਜਿਹੜਾ ਵੀ ਮਰਨਊ ਹੁੰਦਾ ਸੀ, ਮਰਨ ਵਾਲੀ ਹਾਲਤ ਵਿੱਚ ਹੁੰਦਾ ਸੀ, ਜਾਂ ਕੋਈ ਜ਼ਿਆਦਾ ਬਿਮਾਰ ਹੋ ਜਾਂਦਾ ਸੀ ਤਾਂ ਉਸ ਵਕਤ ਲੋਕ ਲਿਆ ਕੇ ਉਸ ਨੂੰ ਉੱਥੇ ਰੱਖਦੇ ਸਨ ਔਰ ਉਹ ਆਪਣੀਆਂ ਅੱਖਾਂ ਉਸ ਡੰਡੇ ਤੇ ਲਿਪਟੇ ਹੋਏ ਸੱਪ ਦੇ ਵੱਲ, ਜਿਹੜਾ ਕਿ ਮਸੀਹ ਦਾ ਪ੍ਰਤੀਰੂਪ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਉਹ ਇੱਕ ਪਰਛਾਈ ਹੈ ਔਰ ਮਸੀਹ ਦੇ ਆਉਣ ਵਾਲੇ ਸਮੇਂ ਦੀ, ਜਦੋਂ ਯੀਸ਼ੂ ਮਸੀਹ ਨੇ ਕਰੂਸ ਉੱਤੇ ਆਪਣੀ ਜਾਨ ਅਜੇ ਦੇਣੀ ਸੀ। ਔਰ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਉਸ ਵਕਤ ਉਸ ਨੂੰ ਜਿਹੜਾ ਵੀ ਤੱਕਦਾ ਰਹਿੰਦਾ ਸੀ ਉਹ ਬਚ ਜਾਂਦਾ ਸੀ।
ਸੋ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਸੀ ਜਿਵੇਂ ਉਜਾੜ ਵਿੱਚ ਮੂਸਾ ਨੇ ਸੱਪ ਨੂੰ ਉੱਚਾ ਕੀਤਾ ਤੇ ਮੈਂ ਮਸੀਹ ਯਾਨੀ ਕਿ ਪਰਮੇਸ਼ਰ ਦਾ ਪੁੱਤਰ ਵੀ ਉੱਚਾ ਕੀਤਾ ਜਾਵੇਗਾ, ਕਰੂਸ ਤੇ ਚੜਾਇਆ ਜਾਵੇਗਾ। ਸੋ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਯੀਸ਼ੂ ਮਸੀਹ ਸਾਡੇ ਤੇ ਤੁਹਾਡੇ ਲਈ ਸ਼ਿਫਾ ਲੈ ਕੇ ਆਏ ਨੇ। ਪ੍ਰਭੂ ਯੀਸ਼ੂ ਮਸੀਹ, ਇਹਦੇ 'ਚ ਕੋਈ ਡਾਊਟ ਨਹੀਂ ਕਿ ਉਹਨਾਂ ਨੇ ਸਾਡੇ ਗਮ ਚੁੱਕ ਲਏ, ਸਾਡੀਆਂ ਸਾਰੀਆਂ ਮਾਂਦਗੀਆਂ ਆਪਣੇ ਉੱਤੇ ਲੈ ਲਈਆਂ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਉਹਦੇ ਮਾਰ ਖਾਣ ਤੋਂ ਅਸੀਂ ਚੰਗੇ ਹੋ ਗਏ। ਮਤਲਬ ਸਾਡੀ ਆਤਮਾ ਦੀ ਸ਼ਿਫਾ, ਸਾਡੇ ਸਰੀਰ ਦੀ ਸ਼ਿਫਾ, ਸਾਡੇ ਜੋ ਪ੍ਰਾਣ ਦੀ ਸ਼ਿਫਾ, ਸਾਡੀ ਮੈਂਟਲੀ ਸ਼ਿਫਾ, ਜੋ ਵੀ ਹੈ ਫਿਜ਼ੀਕਲੀ ਸਪਿਰਚੁਅਲੀ ਜੋ ਕੁਝ ਵੀ ਹੈ, ਉਹ ਸਾਰੀ ਸ਼ਿਫਾ ਦਾ ਇੰਤਜ਼ਾਮ ਪ੍ਰਭੂ ਯੀਸ਼ੂ ਮਸੀਹ ਨੇ ਕਰੂਸ ਦੇ ਉੱਤੇ ਚੜ੍ਹ ਕੇ ਸਾਡੇ ਲਈ ਕੀਤਾ ਹੈ। ਔਰ ਮੈਂ ਦੱਸਣਾ ਚਾਹੁੰਦਾ ਕਿ ਤੁਹਾਡਾ ਕਈ ਲੋਕਾਂ ਦਾ ਇਹ ਭਰਮ ਸੀ ਕਿ ਲੈਣੀ ਚਾਹੀਦੀ ਜਾਂ ਨਹੀਂ ਲੈਣੀ ਚਾਹੀਦੀ। ਮੈਂ ਇਹ ਦੱਸਣਾ ਚਾਹੁੰਦਾ ਕਿ ਸਮਾਂ ਪੈਣ ਤੇ ਤੁਸੀਂ ਮੈਡੀਸਿਨ ਜਿਹੜੀ ਹੈਗੀ ਹੈ ਉਹ ਯੂਜ਼ ਕਰ ਸਕਦੇ ਹੋ। ਪਰਮੇਸ਼ਵਰ ਦਾ ਵਚਨ ਦੱਸਦਾ ਹੈ ਕਿ ਪਰਮੇਸ਼ਵਰ ਮੈਡੀਸਿਨ ਦੇ ਅਗੇਂਸਟ ਨਹੀਂ ਹੈ ਔਰ ਜ਼ਰੂਰਤ ਪੈਣ ਤੇ ਤੁਸੀਂ ਉਸ ਨੂੰ ਵਰਤ ਸਕਦੇ ਹੋ। ਪਰ ਮੈਂ ਸਭ ਤੋਂ ਵੱਡੀ ਜਿਹੜੀ ਗੱਲ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਰਮੇਸ਼ਵਰ ਦਾ ਵਚਨ ਜਿਹੜਾ ਹੈ ਉਹ ਇੱਕ ਅੱਛੀ ਔਸ਼ਧੀ ਹੈ। ਪਰਮੇਸ਼ਵਰ ਦਾ ਵਚਨ ਜਿਹੜਾ ਹੈ ਉਹ ਇੱਕ ਚੰਗੀ ਦਵਾਈ ਹੈ। ਮੈਂ ਉਹਨਾਂ ਭੈਣਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਲੋਕ ਮੈਡੀਸਿਨ ਤੇ ਡਿਪੈਂਡ ਹੋਏ ਪਏ ਨੇ ਔਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਮੈਡੀਸਿਨ ਤੋਂ ਬਗੈਰ ਤੁਹਾਡੀ ਜ਼ਿੰਦਗੀ ਕੁਝ ਨਹੀਂ ਹੈਗੀ। ਤਾਂ ਦੇਖਦੇ ਹਾਂ ਕਿ ਛੋਟੀ ਜਿਹੀ ਕੋਈ ਪ੍ਰੋਬਲਮ ਆਉਂਦੀ ਹੈ, ਲੋਕ ਫਟਾਫਟ ਕੀ ਕਰਦੇ ਨੇ, ਮੈਡੀਸਿਨ ਲਈ ਭੱਜਦੇ ਨੇ। ਔਰ ਮੈਂ ਦੱਸਣਾ ਚਾਹੁੰਦਾ ਅਗਰ ਤੁਸੀਂ ਮੈਡੀਕਲੀ ਵੀ ਇਸ ਗੱਲ ਨੂੰ ਦੇਖਣਾ ਚਾਹੋ, ਅੱਜ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇ ਰਿਹਾ ਕਿ ਅਗਰ ਮੈਡੀਕਲੀ ਵੀ ਤੁਸੀਂ ਦੇਖਣਾ ਚਾਹੋ ਤਾਂ ਬੰਦੇ ਦੇ ਅੰਦਰ ਜਿਹੜੀ ਹਿਊਮਨਿਟੀ ਪਾਵਰ ਹੈ ਉਹ ਲੜਾਈ ਜਿਹੜੀ ਹੈ, ਉਸ ਫਾਈਟ ਜਿਹੜੀ ਹੈ ਬਿਮਾਰੀ ਨਾਲ ਕਰਦੀ ਹੈ। ਔਰ ਜਦ ਤੱਕ ਤੁਹਾਡੀ ਆਪਣੀ ਜਿਹੜੀ ਬਾਡੀ ਹੈ ਬਿਮਾਰੀ ਨਾਲ ਲੜਦੀ ਹੈ, ਤੁਹਾਨੂੰ ਮੈਡੀਸਿਨ ਨਹੀਂ ਲੈਣੀ ਚਾਹੀਦੀ ਬਾਈਬਲ ਦੇ ਮੁਤਾਬਕ ਵੀ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦ ਤੁਹਾਡੇ ਅੰਦਰ ਤੁਹਾਡਾ ਜਿਹੜਾ ਸਟਰੋਂਗ ਹੈ, ਤੁਹਾਡੀ ਬਾਡੀ ਸਟਰੋਂਗ ਹੈ, ਤੁਹਾਡਾ ਹਿਊਮਨਿਟੀ ਪਾਵਰ ਸਟਰੋਂਗ ਹੈ, ਤਾਂ ਤੁਸੀਂ ਮੈਡੀਸਿਨ ਅਗਰ ਫਿਰ ਵੀ ਲੈ ਰਹੇ ਹੋ ਤਾਂ ਤੁਹਾਡੇ ਜਿਹੜਾ ਅੰਦਰ ਜਿਹੜਾ ਉਹ ਬਿਮਾਰੀ ਨਾਲ ਲੜਨਾ ਬੰਦ ਕਰ ਦਿੰਦਾ ਹੈ। ਤੁਸੀਂ ਸਿਰਫ ਬਿਮਾਰੀ ਨਾਲ ਲੜਨ ਲਈ ਹਮੇਸ਼ਾ ਦਵਾਈਆਂ ਨੂੰ ਹੀ ਇਸਤੇਮਾਲ ਕਰਦੇ ਹੋ। ਪਰ ਮੈਂ ਦੱਸਣਾ ਚਾਹੁੰਦਾ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਉਹਨਾਂ ਭੈਣਾਂ ਭਰਾਵਾਂ ਨੂੰ ਜਿਨ੍ਹਾਂ ਦਾ ਭਰੋਸਾ ਦਵਾਈਆਂ ਦੇ ਉੱਤੇ ਹੈ, ਆਓ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਨੂੰ ਸਿੱਖੀਏ। ਮੈਂ ਦੱਸਾਂਗਾ ਤੁਹਾਡੇ ਨਾਲ। ਆਓ ਮੇਰੇ ਨਾਲ ਨੀਤੀ ਵਚਨ ਕਹੋਤਾਂ ਦੇ ਵਿੱਚ ਆਈਏ। ਜਿਨ੍ਹਾਂ ਕੋਲ ਵੀ ਪਵਿੱਤਰ ਬਾਈਬਲ ਹੈ ਜ਼ਰੂਰ ਖੁੱਲੀਗਾ। ਕਹੋਤਾਂ ਦਾ 4 ਅਧਿਆਇ 4 ਉਸਦਾ 22 ਤੋਂ ਲੈ ਕੇ 22 ਵਚਨ ਤੱਕ ਪੜਾਂਗੇ। ਅਗਰ ਤੁਹਾਡੇ ਕੋਲ ਬਾਈਬਲ ਹੈ ਪਲੀਜ਼ ਪੜ੍ਹ ਸਕਦੇ ਹੋ। ਲਿਖਿਆ ਹੈ, ਹੇ ਮੇਰੇ ਪੁੱਤਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਵਾਕਾਂ ਉੱਤੇ ਕੰਨ ਲਾ। ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ, ਆਪਣੇ ਮਨ ਵਿੱਚ ਉਹਨਾਂ ਨੂੰ ਸਾਂਭ ਕੇ ਰੱਖ। ਜਿਨ੍ਹਾਂ ਨੂੰ ਇਹ ਪ੍ਰਾਪਤ ਹੁੰਦੀਆਂ ਨੇ ਉਹਨਾਂ ਦੇ ਲਈ ਜੀਵਨ ਹਨ ਅਤੇ ਉਹਨਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ। ਹਾਲੇਲੂਇਆ। ਮੇਰੇ ਭੈਣੋ ਭਰਾਵੋ, ਤੁਸੀਂ ਵਿਸ਼ਵਾਸ ਨਾਲ ਇਸ ਵਚਨ ਨੂੰ ਲੈਣਾ ਹੈ ਔਰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਸਾਰੇ ਪਰਮੇਸ਼ਰ ਦੇ ਵਚਨਾਂ ਤੇ ਵਿਸ਼ਵਾਸ ਕਰਦੇ ਹੋ ਔਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਰ ਦਾ ਵਚਨ ਸੱਚਾ ਹੈ। ਤਾਂ ਮੈਂ ਉਹਨਾਂ ਨੂੰ ਭੈਣਾਂ ਭਰਾਵਾਂ ਨੂੰ ਇਹ ਕਹਿਣਾ ਚਾਹਨਾ ਜਿਹੜੇ ਲੋਕ ਸਿਰਫ ਮੈਡੀਸਨ ਦੇ ਲਈ ਡਿਪੈਂਡ ਹੋਏ ਪਏ ਨੇ ਔਰ ਸੋਚਦੇ ਨੇ ਕਿ ਜਦੋਂ ਵੀ ਕੋਈ ਜ਼ਰੂਰਤ ਪੈਂਦੀ ਹੈ ਫਟਾਫਟ ਮੈਡੀਸਨ ਲੈ ਲਾਂਗੇ। ਤੁਹਾਡਾ ਭਰੋਸਾ ਪਰਮੇਸ਼ਵਰ ਤੇ ਹੋਣਾ ਜ਼ਰੂਰੀ ਹੈ। ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਜਿਨ੍ਹਾਂ ਨੂੰ ਜ਼ਿਆਦਾ ਮੈਡੀਸਨ ਲੈਣ ਦੀ ਆਦਤ ਪੈ ਚੁੱਕੀ ਹੈ ਔਰ ਸੋਚਦੇ ਨੇ ਕਿ ਅਸੀਂ ਹਮੇਸ਼ਾ ਇਹਨਾਂ ਵਚਨਾਂ ਨੂੰ ਕਈ ਲੋਕ ਵਚਨਾਂ ਨੂੰ ਰੋਂਗ ਲੈ ਕੇ ਆਪਣੇ ਲਈ ਯੂਜ਼ ਕਰਦੇ ਨੇ ਕਿ ਵਚਨ 'ਚ ਲਿਖਿਆ ਹੈ ਪਰਮੇਸ਼ਵਰ ਮੈਡੀਸਨ ਦੇ ਅਗੇਂਸਟ ਨਹੀਂ ਹੈ, ਸਾਨੂੰ ਮੈਡੀਸਨ ਲੈਣੀ ਚਾਹੀਦੀ ਹੈ। ਔਰ ਕਈ ਲੋਕ ਕਹਿੰਦੇ ਨੇ ਨਹੀਂ ਲੈਣੀ ਚਾਹੀਦੀ। ਮੈਂ ਦੋਨਾਂ ਦਾ ਹੀ ਜਵਾਬ ਤੁਹਾਨੂੰ ਦੇ ਰਿਹਾ ਕਿ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਅਗਰ ਤੁਸੀਂ ਜ਼ਿਆਦਾ ਮੈਡੀਸਨ ਤੇ ਡਿਪੈਂਡ ਹੋਏ ਪਏ ਹੋ ਤਾਂ ਤੁਹਾਨੂੰ ਪਰਮੇਸ਼ਰ ਦਾ ਵਚਨ ਇੱਥੇ ਕੁਝ ਕਹਿ ਰਿਹਾ ਹੈ। ਉਹ ਕਹਿ ਰਿਹਾ ਕਿ ਹੇ ਮੇਰੇ ਪੁੱਤਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਵਾਕਾਂ ਤੇ ਕੰਨ ਲਗਾ। ਪਰਮੇਸ਼ਰ ਇਹ ਚਾਹੁੰਦਾ ਹੈ ਕਿ ਤੁਸੀਂ ਉਹਦੇ ਵਚਨ ਨੂੰ ਆਪਣੇ ਦਿਲ ਵਿੱਚ ਜਮ੍ਹਾਂ ਕਰੋ, ਉਹਦੇ ਵਚਨ ਤੇ ਵਿਸ਼ਵਾਸ ਕਰੋ, ਉਹਦੇ ਵਚਨ ਨੂੰ ਮੰਨੋ। ਵਚਨ ਸਾਨੂੰ ਇਹ ਦੱਸਦਾ ਹੈ ਕਿ ਯਿਸੂ ਮਸੀਹ ਦੇ ਮਾਰ ਖਾਣ ਤੋਂ ਅਸੀਂ ਨਰੋਏ ਹੋ ਚੁੱਕੇ ਹਾਂ। ਸੋ ਮੇਰੇ ਪਿਆਰੇ ਭੈਣੋ ਭਰਾਵੋ, ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਦਾ ਵਚਨ ਇਹ ਕਹਿੰਦਾ ਹੈ ਕਿ ਤੁਸੀਂ ਪਰਮੇਸ਼ਰ ਦੇ ਵਾਕਾਂ ਨੂੰ ਕੰਨ ਲਾ ਕੇ ਸੁਣੋ। ਔਰ ਇਹ ਬਹੁਤ ਵੱਡੀ ਕਮਜ਼ੋਰੀ ਹੈ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਲੋਕ ਜ਼ਿਆਦਾ ਮੈਡੀਸਿਨ ਤੇ ਡਿਪੈਂਡ ਕਰਦੇ ਨੇ। ਉਹਨਾਂ ਦੇ ਅੰਦਰ ਵਚਨ ਦੀ ਘਾਟ ਹੁੰਦੀ ਹੈ। ਤੁਸੀਂ ਇਸ ਗੱਲ ਨੂੰ ਅਜਮਾ ਕੇ ਵੇਖ ਲਓ। ਤੁਸੀਂ ਵੇਖ ਸਕਦੇ ਹੋ ਜਿਹੜੇ ਲੋਕ ਜ਼ਿਆਦਾ ਡਿਪੈਂਡ ਨੇ ਮੈਡੀਸਿਨ ਤੇ, ਉਹਨਾਂ ਨੂੰ ਵਚਨ ਦੀ ਗੱਲ ਪੁੱਛੋ, ਵਚਨ 'ਚ ਕੀ ਲਿਖਿਆ ਉਹਨੂੰ ਕੁਝ ਵੀ ਪਤਾ ਨਹੀਂ ਹੁੰਦਾ। ਉਹਨਾਂ ਨੂੰ ਕੋਈ ਇੱਕ ਆਇਤ ਵੀ ਬਾਈਬਲ ਦੇ ਵਿੱਚੋਂ ਯਾਦ ਨਹੀਂ ਹੁੰਦੀ ਕਿ ਕਿਹੜੀ ਆਇਤ ਕਿੱਥੇ ਲਿਖੀ ਗਈ ਹੈ। ਸੋ ਮੈਂ ਦੱਸਣਾ ਚਾਹੁੰਦਾ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੇ ਦਿਲ ਵਿੱਚ ਕੀ ਕਰੋ, ਜਮ੍ਹਾਂ ਕਰੋ, ਕਿਉਂਕਿ ਬਾਈਬਲ ਸਾਨੂੰ ਇੱਥੇ ਦੱਸਦੀ ਹੈ ਕਿ ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ, ਉਹਨਾਂ ਨੂੰ ਆਪਣੇ ਮਨ ਵਿੱਚ ਉਹਨਾਂ ਨੂੰ ਕੀ ਕਰਨਾ ਹੈ, ਸਾਂਭ ਕੇ ਰੱਖ। ਔਰ ਜਿਨ੍ਹਾਂ ਨੂੰ ਇਹ ਪ੍ਰਾਪਤ ਹੁੰਦੀਆਂ ਹਨ ਉਹਨਾਂ ਲਈ ਜਿਉਣ ਹਨ ਤੇ ਉਹਨਾਂ ਦੇ ਸਾਰੇ ਸਰੀਰ ਲਈ ਤੰਦਰੁਸਤੀ। ਸੋ ਪ੍ਰਭੂ ਦਾ ਵਚਨ ਕੀ ਦੱਸਦਾ ਹੈ ਕਿ ਅਗਰ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਦਿਲ ਵਿੱਚ ਰੱਖੋਗੇ, ਵਚਨ ਨਾਲ ਪ੍ਰੇਮ ਕਰੋਗੇ ਔਰ ਵਚਨ ਤੇ ਬਣੇ ਰਹੋਗੇ
ਤਾਂ ਤੁਹਾਡੇ ਸਰੀਰ ਦੀ ਤੰਦਰੁਸਤੀ ਆਪਣੇ ਆਪ ਹੀ ਉਗੜ ਪਵੇਗੀ। ਜਿਹੜੇ ਲੋਕ ਵਚਨ ਦੇ ਵਿੱਚ ਨੌਲੇਜ ਦੇ ਵਿੱਚ ਨਹੀਂ ਹਨ, ਜਿਨ੍ਹਾਂ ਨੂੰ ਵਚਨ ਦੀ ਸਮਝ ਨਹੀਂ ਹੈ, ਉਹਨਾਂ ਦੇ ਅੰਦਰ ਜ਼ਿਆਦਾਤਰ ਬਿਮਾਰੀਆਂ ਪਾਈਆਂ ਜਾਂਦੀਆਂ ਨੇ। ਔਰ ਮੈਂ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਦਿਨ ਰਾਤ ਪਰਮੇਸ਼ਰ ਦੇ ਵਚਨ ਨੂੰ ਮੈਡੀਟੇਟ ਕਰੋਗੇ ਤਾਂ ਤੁਸੀਂ ਆਪਣੇ ਆਪ ਹੀ ਆਪਣੇ ਅੰਦਰ ਇੱਕ ਪਾਵਰ ਨੂੰ ਫੀਲ ਕਰੋਗੇ। ਤੁਸੀਂ ਦੇਖੋਗੇ ਕਿ ਪਰਮੇਸ਼ਰ ਨੇ ਤੁਹਾਨੂੰ ਪਹਿਲਾਂ ਹੀ ਚੰਗਾ ਕਰ ਦਿੱਤਾ ਹੈ, ਕਿਉਂਕਿ ਬਾਈਬਲ ਦੱਸਦੀ ਹੈ ਕਿ ਜਿਨ੍ਹਾਂ ਨੂੰ ਇਹ ਵਚਨ ਪ੍ਰਾਪਤ ਹੁੰਦੇ ਨੇ ਉਹਨਾਂ ਲਈ ਉਹ ਤੰਦਰੁਸਤੀ ਹੈ, ਉਹਨਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ ਹੈ, ਨਾ ਕਿ ਇੱਕ ਪਾਰਟ ਦੀ। ਬਲਕਿ ਬਾਈਬਲ ਦੱਸਦੀ ਹੈ ਕਿਉਂ ਜੋ ਇਹਨਾਂ ਨੂੰ ਇਹਦੇ ਵਿੱਚ ਕੀ ਹੈ, ਜਿਉਣ ਹੈ। ਜਿਨ੍ਹਾਂ ਨੂੰ ਪ੍ਰਾਪਤ ਹੁੰਦੀਆਂ ਨੇ ਉਹਨਾਂ ਲਈ ਜਿਉਣ ਹਨ ਤੇ ਉਹਨਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ। ਸਾਰੇ ਸਰੀਰ ਦੇ ਲਈ ਤੰਦਰੁਸਤੀ ਦਾ ਮਤਲਬ ਜਾਣਦੇ ਹੋ ਨਾ, ਪੂਰੀ ਬਾਡੀ ਦੀ ਤੰਦਰੁਸਤੀ ਹੈ, ਪੂਰੇ ਸਰੀਰ ਦੀ ਤੰਦਰੁਸਤੀ ਹੈ। ਪਰਮੇਸ਼ਵਰ ਤੁਹਾਨੂੰ ਤੰਦਰੁਸਤ ਰੱਖ ਸਕਦਾ ਹੈ ਅਗਰ ਤੁਹਾਡੇ ਅੰਦਰ ਵਚਨ ਭਰੇ ਰਹਿਣਗੇ। ਮੈਂ ਫਿਰ ਤੋਂ ਬੇਨਤੀ ਕਰਦਾ ਕਿ ਆਪਣੇ ਅੰਦਰ ਵਚਨਾਂ ਨੂੰ ਜਗ੍ਹਾ ਦਿਓ, ਵਚਨਾਂ ਨੂੰ ਆਪਣੇ ਅੰਦਰ ਤਵੱਜੋ ਦਿਓ। ਜਿੰਨਾ ਤੁਸੀਂ ਵਚਨ ਨੂੰ ਆਪਣੇ ਅੰਦਰ ਜਮ੍ਹਾਂ ਰੱਖੋਗੇ, ਜਿੰਨਾ ਵਚਨ ਨੂੰ ਆਪਣੇ ਅੰਦਰ ਥਾਂ ਦਿਓਗੇ, ਉਨਾ ਹੀ ਤੁਸੀਂ ਆਪਣੇ ਅੰਦਰ ਤੰਦਰੁਸਤੀ ਨੂੰ ਥਾਂ ਦਿਓਗੇ। ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਤੰਦਰੁਸਤੀ ਤੁਹਾਡੇ ਅੰਦਰ ਆ ਜਾਏਗੀ। ਜੀਵਨ ਤੁਹਾਡਾ ਜਿਹੜਾ ਹੈ ਉਹ ਪਰਿਵਰਤਿਤ ਹੋ ਜਾਏਗਾ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਮੈਂ ਇੱਕ ਲਾਸਟ ਵਨ ਆਈ ਤੁਹਾਡੇ ਨਾਲ ਪੜ੍ਹ ਕੇ ਸਮਾਪਤੀ ਦੇ ਵੱਲ ਜਾਵਾਂਗਾ। ਜ਼ਬੂਰਾਂ ਦੇ ਵਿੱਚ ਆਵਾਂਗੇ। ਜ਼ਬੂਰ 107, ਬਾਈਬਲ ਖੋਲੀਏਗਾ। ਜ਼ਬੂਰ 107 ਉਸ ਦੀ 17 ਤੋਂ 20 ਆਇਤ ਇਸ ਜਗ੍ਹਾ ਤੇ ਲਿਖਿਆ ਹੈ, ਮੂਰਖ ਆਪਣੇ ਕੁਚਲਣ ਤੇ ਕੁਧਰਮ ਦੇ ਕਾਰਨ ਦੁੱਖ ਭੋਗਦੇ ਹਨ। ਮੂਰਖ ਕਿਉਂ ਦੁੱਖ ਭੋਗਦੇ ਨੇ? ਦੁੱਖ ਤੁਹਾਡੇ ਤੇ ਕਿਉਂ ਆਉਂਦੇ ਨੇ? ਦੁੱਖ ਤੁਹਾਡੇ ਜੀਵਨ ਦੇ ਵਿੱਚ ਕਿਉਂ ਰਾਜ ਕਰਦੇ ਨੇ? ਦੁੱਖ ਤੁਹਾਡੇ ਉੱਤੇ ਕਿਉਂ ਡੇਰਾ ਕਰ ਲੈਂਦੇ ਨੇ? ਕਿਉਂਕਿ ਲਿਖਿਆ ਹੈ ਕਿ ਕੁਚਲਣ ਅਤੇ ਕੁਕਰਮ ਦੇ ਕਾਰਨ। ਕੁਕਰਮ ਦਾ ਮਤਲਬ ਤਾਂ ਜਾਣਦੇ ਹੋ ਤੁਸੀਂ, ਦੁਸ਼ਟਤਾ ਦੇ ਬਾਰੇ ਸੁਣਿਆ ਹੋਵੇਗਾ। ਦੁਸ਼ਟ ਸ਼ਬਦ ਜਿਹੜਾ ਹੈ ਉਹ ਤੁਸੀਂ ਸਾਰੇ ਸਮਝਦੇ ਹੋ ਕਿ ਜਿਹੜਾ ਵਿਅਕਤੀ ਪਰਮੇਸ਼ਰ ਦੇ ਵਿਰੁੱਧ ਕੁਕਰਮ ਕਰਦਾ ਹੈ। ਕੁਕਰਮ ਮਤਲਬ ਆਪਣੇ ਅੰਦਰ ਕੁਧਰਮ ਦੇ ਕੰਮ, ਬਹੁਤ ਸਾਰੀਆਂ ਇਹੋ ਜਿਹੀਆਂ ਬਦੀਆਂ ਜਿਹੜੀਆਂ ਪਰਮੇਸ਼ਰ ਨੂੰ ਚੰਗੀਆਂ ਨਹੀਂ ਲੱਗਦੀਆਂ, ਉਹਦੇ ਕਾਰਨ ਵੀ ਬਹੁਤ ਸਾਰੇ ਲੋਕ ਕੀ ਕਰਦੇ ਨੇ, ਦੁੱਖ ਭੋਗਦੇ ਨੇ। ਔਰ ਦੁੱਖ ਭੋਗਣ ਦਾ ਕਾਰਨ ਹੈ ਉਹਨਾਂ ਦਾ ਪਾਪ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਜਦੋਂ ਤੁਸੀਂ ਉਸ ਦੇ ਕਾਰਨ ਦੁੱਖ ਭੋਗਦੇ ਹਾਂ ਤਾਂ ਫਿਰ ਸਾਨੂੰ ਪਰਮੇਸ਼ਰ ਦਾ ਵਚਨ ਅੱਗੇ ਕੀ ਕਹਿੰਦਾ, ਸਭ ਪ੍ਰਕਾਰ ਦੇ ਪ੍ਰਸਾਦਾਂ ਤੋਂ ਉਹਨਾਂ ਦਾ ਜੀ ਘਿਣ ਕਰਦਾ। ਮਤਲਬ ਕਿ ਉਹ ਲੋਕ ਕੀ ਕਰਦੇ ਨੇ, ਜਿਹੜੇ ਲੋਕ ਕੁਕਰਮ ਕਰਦੇ ਨੇ ਉਹਨਾਂ ਨੂੰ ਚੰਗੀ ਗੱਲ ਕੋਈ ਵੀ ਪਸੰਦ ਨਹੀਂ ਹੁੰਦੀ। ਉਸ ਤੋਂ ਬਾਅਦ ਲਿਖਿਆ ਹੈ, ਅਤੇ ਉਹ ਮੌਤ ਦੇ ਫਾਟਕਾਂ ਦੇ ਨੇੜੇ ਅੱਪੜਦੇ ਹਨ, ਤਾਂ ਉਹ ਆਪਣੀ ਬਿਪਤਾ ਵਿੱਚ ਯਹੋਵਾ ਦੀ ਦੁਹਾਈ ਦਿੰਦੇ, ਉਹ ਉਹਨਾਂ ਦੇ ਕਸ਼ਟਾਂ ਵਿੱਚੋਂ ਉਹਨਾਂ ਨੂੰ ਬਚਾਉਂਦਾ ਹੈ। ਉਹ ਆਪਣਾ ਵਚਨ ਘੱਲ ਕੇ ਉਹਨਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਤੁਸੀਂ ਸਾਰੇ ਇਸ ਵਚਨ ਨੂੰ ਬੜੇ ਧਿਆਨ ਨਾਲ ਸੁਣ ਚੁੱਕੇ ਹੋ, ਪੜ੍ਹ ਚੁੱਕੇ ਹੋ। ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਕੁਕਰਮ ਦੇ ਕਾਰਨ ਦੁੱਖ ਭੋਗਦਾ ਹੈ, ਮੁਸੀਬਤ ਵਿੱਚ ਪੈਂਦਾ ਹੈ, ਪਰੇਸ਼ਾਨੀਆਂ ਵਿੱਚੋਂ ਗੁਜ਼ਰਦਾ ਹੈ, ਜਦੋਂ ਉਹ ਵਿਅਕਤੀ ਦੁੱਖ ਭੋਗਦਾ ਹੈ ਔਰ ਫਿਰ ਵੀ ਬਾਈਬਲ ਦੱਸਦੀ ਹੈ ਕਿ ਜਦੋਂ ਪਰਮੇਸ਼ਵਰ ਦੀ ਦੁਹਾਈ ਦਿੰਦਾ ਹੈ, ਕਿੱਥੋਂ ਜਾ ਕੇ ਦੁਹਾਈ ਦਿੰਦਾ ਹੈ? ਔਰ ਇਸ ਜਗ੍ਹਾ ਤੇ ਲਿਖਿਆ ਹੈ ਕਿ ਜਦੋਂ ਉਹ ਮੌਤ ਦੇ ਫਾਟਕ ਦੇ ਨੇੜੇ ਅੱਪੜਦੇ ਹਨ। ਮਤਲਬ ਤੁਸੀਂ ਜਾਣਦੇ ਹੋ ਪ੍ਰਭੂ ਦੇ ਕੋਲ ਲੋਕ ਕਦੋਂ ਆਉਂਦੇ ਨੇ? ਜਦੋਂ ਸਾਰੇ ਪਾਸੇ ਜਵਾਬ ਮਿਲ ਜਾਂਦੇ ਆ। ਮੇਰੇ ਕੋਲ 99% ਇਹੋ ਜਿਹੇ ਲੋਕ ਆਏ ਨੇ ਜਿਨ੍ਹਾਂ ਨੇ ਜਦੋਂ ਪ੍ਰਾਰਥਨਾ ਕਰਵਾਉਣ ਲਈ ਸਾਡੀ ਕਲੀਸਿਆ ਵਿੱਚ ਜਦੋਂ ਲੋਕ ਪਹੁੰਚਦੇ ਨੇ, ਉਦੋਂ ਪਹੁੰਚਦੇ ਨੇ ਕਹਿੰਦੇ ਅਸੀਂ ਸਾਰੇ ਪਾਸੇ ਜਾ ਕੇ ਦੇਖ ਲਿਆ, ਹਰ ਪਾਸੇ ਜਾ ਕੇ ਦੇਖ ਲਿਆ, ਕੋਈ ਜਗ੍ਹਾ ਨਹੀਂ ਛੱਡੀ, ਕੋਈ ਬਾਬਾ ਨਹੀਂ ਛੱਡਿਆ, ਕੋਈ ਕਿਸੇ ਪ੍ਰਕਾਰ ਦੀ ਵੀ ਕੋਈ ਥਾਂ ਨਹੀਂ ਛੱਡੀ ਜਿੱਥੇ ਅਸੀਂ ਨਾ ਗਏ ਹੋਈਏ। ਔਰ ਲਾਸਟ ਵਿੱਚ ਇੱਕ ਗੱਲ ਕਹਿੰਦੇ ਨੇ, ਸਿਰਫ ਇੱਕ ਇੱਥੇ ਹੀ ਆਣਾ ਬਾਕੀ ਰਹਿ ਗਿਆ ਸੀ, ਬਾਕੀ ਸਭ ਪਾਸੇ ਅਸੀਂ ਜਾ ਕੇ ਦੇਖ ਲਿਆ। ਔਰ ਲਾਸਟ ਵਿੱਚ ਉਹਨਾਂ ਨੂੰ ਇੱਕੋ ਹੀ ਜਗ੍ਹਾ ਹੁੰਦੀ ਹੈ ਕਿ ਹੁਣ ਚਰਚ ਜਾ ਕੇ ਪਰਮੇਸ਼ਰ ਦੇ ਲੋਕਾਂ ਕੋਲੋਂ ਕੀ ਕਰਵਾ ਲਈਏ, ਪ੍ਰਾਰਥਨਾ ਕਰਵਾ ਲਈਏ। ਔਰ ਇਹ 'ਚ ਕੋਈ ਡਾਊਟ ਨਹੀਂ ਕਿ ਪਰਮੇਸ਼ਰ ਦਾ ਧੰਨਵਾਦ ਹੈ ਕਿ ਪਰਮੇਸ਼ਰ ਆਪਣਾ ਵਚਨ ਘੱਲਦਾ ਹੈ ਤੇ ਬਿਮਾਰਾਂ ਨੂੰ ਚੰਗਾ ਕਰਦਾ ਹੈ ਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ। ਔਰ ਪਰਮੇਸ਼ਰ ਦਾ ਧੰਨਵਾਦ ਹੈ ਜਦੋਂ ਅਸੀਂ ਉਹਨਾਂ ਨੂੰ ਕਾਉਂਸਲਿੰਗ ਕਰਦੇ ਹਾਂ ਪਰਮੇਸ਼ਰ ਦੇ ਵਚਨ ਦੇ ਦੁਆਰਾ, ਵਚਨ ਦੀ ਤਾਲੀਮ ਦਿੰਦੇ ਹਾਂ। ਵਚਨ ਇਹ ਕਹਿੰਦਾ ਹੈ ਉਹਨਾਂ ਦੇ ਜਦੋਂ ਦਿਲ ਦਿਮਾਗ ਵਿੱਚ ਪਰਮੇਸ਼ਰ ਦਾ ਵਚਨ ਜਾਂਦਾ ਹੈ, ਉਹਨਾਂ ਦੀ ਸਿਚੁਏਸ਼ਨ ਚੇਂਜ ਹੋ ਜਾਂਦੀ ਹੈ। ਇਹਦਾ ਮਤਲਬ ਕੀ ਹੈ? ਹਾਲਾਤ ਕੌਣ ਬਦਲ ਸਕਦਾ ਹੈ? ਪਰਮੇਸ਼ਰ। ਪਰ ਕਾਹਦੇ ਦੁਆਰਾ? ਉਹ ਆਪਣੇ ਵਚਨ ਦੇ ਦੁਆਰਾ। ਮੈਂ ਫਿਰ ਤੋਂ ਕਹਿਣਾ, ਵਚਨ ਨੂੰ ਤਵੱਜੋ ਦਿਓ, ਵਚਨ ਤੇ ਮਨ ਲਗਾਓ, ਵਚਨ ਨੂੰ ਦਿਲ ਵਿੱਚ ਜਮ੍ਹਾਂ ਕਰੋ। ਵਚਨ ਘੱਲ ਕੇ ਪਰਮੇਸ਼ਰ ਸਾਨੂੰ ਕੀ ਕਰਦਾ ਹੈ? ਚੰਗਾ ਕਰਦਾ ਹੈ। ਵਚਨ ਦੇ ਵਿੱਚ ਪਾਵਰ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਵਚਨ ਜਿਹੜਾ ਹੈ ਬਿਨਾਂ ਕਿਸੇ ਡਰਗ ਤੋਂ, ਬਿਨਾਂ ਕਿਸੇ ਔਸ਼ਧੀ ਤੋਂ, ਬਿਨਾਂ ਕਿਸੇ ਚੀਜ਼ ਨੂੰ ਮਿਕਸ ਕੀਤਿਆਂ ਪਰਮੇਸ਼ਰ ਦਾ ਵਚਨ ਬਿਲਕੁਲ ਪਿਓਰ, ਬਿਲਕੁਲ ਸਾਫ਼, ਬਿਲਕੁਲ ਸ਼ੁੱਧ, ਪਵਿੱਤਰ ਵਚਨ ਹੈ।
ਔਰ ਵਚਨ ਦੇ ਵਿੱਚ ਸਾਮਰਥ ਹੈ ਤੁਹਾਨੂੰ ਚੰਗਾ ਕਰਨ ਦੀ। ਅਗਰ ਤੁਸੀਂ ਵਚਨਾਂ ਨਾਲ ਪ੍ਰੇਮ ਕਰੋਗੇ, ਵਚਨਾਂ ਤੇ ਚੱਲੋਗੇ, ਤੁਸੀਂ ਵੇਖੋਗੇ ਤੁਹਾਡੀ ਲਾਈਫ ਦੇ ਵਿੱਚ ਪਰਮੇਸ਼ਰ ਅਦਭੁਤ ਕੰਮ ਕਰੇਗਾ। ਸੋ ਵਚਨ ਹੀ ਸਾਨੂੰ ਦੱਸਦਾ ਹੈ ਕਿ ਲੋੜ ਪੈਣ ਤੇ ਤੁਸੀਂ ਅਗਰ ਤੁਹਾਨੂੰ ਟ੍ਰੀਟਮੈਂਟ ਲੈਣਾ ਪੈਂਦਾ ਹੈ, ਕੋਈ ਇਲਾਜ ਲੈਣਾ ਪੈਂਦਾ, ਤੁਸੀਂ ਲੈ ਸਕਦੇ ਹੋ। ਪਰਮੇਸ਼ਰ ਇਲਾਜ ਦੇ ਵਿਰੋਧ ਨਹੀਂ ਹੈ, ਪਰ ਪ੍ਰਾਰਥਨਾ ਔਰ ਵਚਨ 'ਚ ਰਹਿਣਾ ਬਹੁਤ ਜ਼ਰੂਰੀ ਹੈ। ਤਦ ਹੀ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਪ੍ਰਗਟ ਹੁੰਦੀ ਹੈ। ਇਲਾਜ ਵੀ ਅਸੀਂ ਦੇਖਦੇ ਹਾਂ। ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ, ਬਹੁਤ ਹੀ ਮਹੱਤਵਪੂਰਨ ਗੱਲ ਹੈ। ਉਹ ਗੱਲ ਇਹ ਹੈ ਕਿ ਕਈ ਲੋਕ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਤੇ ਦਵਾਈ ਲੈ ਰਹੇ ਨੇ, ਬਹੁਤ ਲੰਬੇ ਸਮੇਂ ਤੋਂ ਲੈ ਰਹੇ, ਪਰ ਮੈਡੀਸਿਨ ਕੋਈ ਅਸਰ ਨਹੀਂ ਕਰਦੀ। ਜਦੋਂ ਉਹਨਾਂ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਮੈਡੀਸਿਨ ਦਾ ਉਸ 'ਤੇ ਅਸਰ ਹੁੰਦਾ ਹੈ। ਤਾਂ ਇਹਦਾ ਕੀ ਮਤਲਬ ਤੁਸੀਂ ਸਮਝੋਗੇ? ਇਹਦਾ ਮਤਲਬ ਇਹ ਹੈ ਕਿ ਬਿਨਾਂ ਪਰਮੇਸ਼ਵਰ ਦੇ ਅਨੁਗ੍ਰਹਿ ਦੇ, ਬਿਨਾਂ ਪਰਮੇਸ਼ਵਰ ਦੀ ਕਿਰਪਾ ਦੇ ਤੁਸੀਂ ਮੈਡੀਸਿਨ ਨੂੰ ਵੀ ਯੂਜ਼ ਕਰਕੇ ਬਚ ਨਹੀਂ ਸਕਦੇ। ਸੋ ਮੇਰਾ ਕਹਿਣਾ ਇਹ ਹੈ ਕਿ ਪਰਮੇਸ਼ਵਰ ਦੇ ਵਚਨ ਤੇ ਚੱਲੋ, ਵਚਨ ਨੂੰ ਪ੍ਰੇਮ ਕਰੋ, ਵਚਨ ਦੇ ਅਨੁਸਾਰ ਚੱਲੋ, ਤਾਂ ਪਰਮੇਸ਼ਵਰ ਸਭ ਕੁਝ ਤੁਹਾਡੇ ਲਈ ਨਾਰਮਲ ਕਰ ਦੇਗਾ। ਔਰ ਤੁਸੀਂ ਆਪਣੀ ਲਾਈਫ ਦੇ ਵਿੱਚ ਦੇਖੋਗੇ ਕਿ ਅਗਰ ਤੁਸੀਂ ਬਹੁਤ ਲੰਬੇ ਸਮੇਂ ਤੋਂ ਤੁਸੀਂ ਮੈਡੀਸਿਨ ਦੇ ਦੁਆਰਾ ਜੀ ਰਹੇ ਹੋ ਔਰ ਮੈਡੀਸਿਨ ਨੂੰ ਲੈ ਰਹੇ ਹੋ, ਸੋਚਦੇ ਹੋ ਕਿ ਮੈਡੀਸਿਨ ਦੇ ਨਾਲ ਹੀ ਤੁਸੀਂ ਚੱਲ ਰਹੇ ਹੋ, ਤਾਂ ਪਰਮੇਸ਼ਵਰ ਤੁਹਾਡੀ ਉਹ ਮੈਡੀਸਿਨ ਛੁਡਵਾ ਸਕਦਾ ਹੈ। ਵਚਨ ਨੂੰ ਦਿਲ 'ਚ ਜਮ੍ਹਾਂ ਕਰੋ। ਤੁਸੀਂ ਪਰਮੇਸ਼ਵਰ ਦੇ ਹੋ, ਤੁਹਾਨੂੰ ਹਰ ਸਮੇਂ ਮੈਡੀਸਨ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ। ਔਰ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਲੰਬੇ ਸਮੇਂ ਤੋਂ ਅਗਰ ਤੁਸੀਂ ਮੈਡੀਸਨ ਦੇ ਵਿੱਚ ਜੁੜੇ ਹੋਏ ਮੈਡੀਸਨ ਲੈ ਰਹੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਉਸ ਤੋਂ ਵੀ ਆਜ਼ਾਦ ਕਰ ਸਕਦਾ ਹੈ। ਔਰ ਮੈਂ ਚਾਹੁੰਦਾ ਕਿ ਤੁਸੀਂ ਪਰਮੇਸ਼ਵਰ 'ਤੇ ਡਿਪੈਂਡ ਹੋਵੋ, ਪਰਮੇਸ਼ਵਰ 'ਤੇ ਭਰੋਸਾ ਰੱਖੋ, ਕਿਉਂ ਪਰਮੇਸ਼ਵਰ ਤੁਹਾਡੇ ਲਈ ਉਹ ਕਰ ਸਕਦਾ ਹੈ ਜੋ ਹੋਰ ਕੋਈ ਵੀ ਚੀਜ਼ ਤੁਹਾਡੇ ਲਈ ਨਹੀਂ ਕਰ ਸਕਦੀ। ਆਓ ਅਸੀਂ ਪ੍ਰਾਰਥਨਾ ਕਰੀਏ ਕਿ ਪਰਮੇਸ਼ਵਰ ਤੁਹਾਡੇ 'ਤੇ ਕਿਰਪਾ ਕਰੇ ਔਰ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਜ਼ਾਦ ਕਰੇ। ਪਰਮੇਸ਼ਵਰ 'ਤੇ ਭਰੋਸਾ ਰੱਖੋ, ਵਚਨ 'ਚ ਬੈਠੋ, ਵਚਨ 'ਤੇ ਧਿਆਨ ਦਿਓ, ਦੇਖੋਗੇ ਤੁਹਾਡੀ ਲਾਈਫ ਦੇ ਵਿੱਚ ਪਰਮੇਸ਼ਵਰ ਦੇ ਅਦਭੁਤ ਕੰਮਾਂ ਨੂੰ। ਆਓ ਪ੍ਰਾਰਥਨਾ ਕਰੀਏ। ਮਹਾਨ ਪਿਤਾ ਪਰਮੇਸ਼ਵਰ, ਅਸੀਂ ਧੰਨਵਾਦ ਦਾ ਬਲੀਦਾਨ ਚੜਾਉਂਦੇ ਹਾਂ ਤੇਰੇ ਸਾਰੇ ਬੱਚਿਆਂ ਵਾਸਤੇ ਜਿਨ੍ਹਾਂ ਅੱਜ ਮਹਾਨ ਪਿਤਾ ਪਰਮੇਸ਼ਵਰ ਇਸ ਵਕਤ ਮਹਾਨ ਪ੍ਰਭੂ ਇਸ ਵੀਡੀਓ ਨੂੰ ਸੁਣ ਰਹੇ ਨੇ ਔਰ ਵੇਖ ਰਹੇ ਨੇ। ਪਿਆਰੇ ਪ੍ਰਭੂ, ਜਿਨ੍ਹਾਂ ਨੇ ਅੱਜ ਮਹਾਨ ਪਿਤਾ ਪਰਮੇਸ਼ਵਰ ਤੇਰੇ ਵਚਨ ਦੇ ਵਿੱਚੋਂ ਇਸ ਗਾਈਡਨੈਂਸ ਨੂੰ ਲਿਆ ਹੈ, ਕਿ ਸੱਚਮੁੱਚ ਪਿਆਰੇ ਪਿਤਾ ਪਰਮੇਸ਼ਵਰ ਤੇਰਾ ਵਚਨ ਜਿਹੜਾ ਹੈ ਉਹ ਇੱਕ ਮੈਡੀਸਨ ਦੀ ਤਰ੍ਹਾਂ ਹੈ। ਤੇਰਾ ਵਚਨ ਮੈਡੀਸਨ ਤੋਂ ਵੀ ਬਿਹਤਰ ਹੈ। ਪਿਆਰੇ ਪ੍ਰਭੂ ਜੀ, ਧੰਨਵਾਦ ਕਰਦੇ ਹਾਂ। ਤੇਰੇ ਵਚਨ ਦੇ ਵਿੱਚੋਂ ਅਸੀਂ ਸਿੱਖਿਆ ਹੈ ਕਿ ਸੱਚਮੁੱਚ ਜਿਹੜੇ ਤੇਰੇ ਵਚਨ ਤੇ ਮਨ ਲਾਉਂਦੇ ਨੇ, ਆਪਣੇ ਦਿਲ ਵਿੱਚ ਤੇਰੇ ਵਚਨ ਨੂੰ ਜਮ੍ਹਾਂ ਕਰਦੇ ਨੇ, ਮਹਾਨ ਪਿਤਾ, ਉਹ ਵਚਨ ਹੀ ਉਹਨਾਂ ਦੇ ਲਈ ਚੰਗਾਈ ਦਾ, ਤੰਦਰੁਸਤੀ ਦਾ ਕਾਰਨ ਬਣਦਾ ਹੈ। ਹੈਵਨਲੀ ਫਾਦਰ, ਪਿਆਰੇ ਪਿਤਾ, ਸੁਰਗ ਦੇ ਪਰਮੇਸ਼ਰ, ਮੈਂ ਧੰਨਵਾਦ ਦਾ ਬਲਿਦਾਨ ਚੜਾਉਣਾ ਪਿਆਰੇ ਪ੍ਰਭੂ ਕਿ ਤੁਸੀਂ ਸਾਨੂੰ ਇਸ ਗੱਲ ਤੋਂ ਵਾਕਿਫ ਕਰਾਇਆ ਔਰ ਆਪਣੇ ਵਚਨ ਦੇ ਦੁਆਰਾ ਸਾਨੂੰ ਪ੍ਰਕਾਸ਼ ਦਿੱਤਾ ਪਿਆਰੇ ਪ੍ਰਭੂ ਜੀ, ਕਿ ਤੇਰੇ ਵਚਨ ਦੇ ਵਿੱਚ ਮਹਾਨ ਪਿਤਾ ਪਰਮੇਸ਼ਰ ਜੋ ਸਾਨੂੰ ਦੱਸਿਆ ਹੈ ਕਿ ਜੋ ਕੁਝ ਖਾਣ ਦੇ ਲਈ ਇਸ ਸੰਸਾਰ ਦੇ ਵਿੱਚ ਮਹਾਨ ਪ੍ਰਭੂ ਤੁਸੀਂ ਉਤਪੰਨ ਕੀਤਾ, ਉਹ ਵੀ ਮਨੁੱਖ ਦੇ ਲਈ ਪਿਆਰੇ ਪ੍ਰਭੂ ਜੀ ਸੱਚਮੁੱਚ ਭਲੇ ਲਈ ਬਣਾਇਆ। ਔਰ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ, ਔਰ ਸਾਰੀ ਉਹਨਾਂ ਭਲਾਈਆਂ ਲਈ, ਵਫਾਦਾਰੀਆਂ ਲਈ, ਉਹਨਾਂ ਨੇਕੀਆਂ ਲਈ, ਉਹਨਾਂ ਸਭ ਚੀਜ਼ਾਂ ਲਈ, ਉਹਨਾਂ ਨਿਯਮਤਾਂ ਲਈ ਜੋ ਤੁਸੀਂ ਸੱਚਮੁੱਚ ਮਹਾਨ ਪ੍ਰਭੂ ਆਪਣੇ ਬੱਚਿਆਂ ਦੀ ਸਿਹਤ ਲਈ ਪਿਆਰੇ ਪ੍ਰਭੂ ਵਧੀਆ ਹੋਣ ਦੇ ਲਈ ਉਤਪੰਨ ਕੀਤੀਆਂ। ਪਿਆਰੇ ਪ੍ਰਭੂ ਜੀ, ਧੰਨਵਾਦ ਕਰਦੇ ਹਾਂ ਤੇਰੀ ਸਾਰੀ ਕੁਦਰਤ ਲਈ ਜੋ ਤੁਸੀਂ ਮਹਾਨ ਪ੍ਰਭੂ ਮਨੁੱਖਾਂ ਨੂੰ ਦਿੱਤੀ। ਸ਼ੁਕਰ ਕਰਦੇ ਹਾਂ ਪਿਆਰੇ ਪ੍ਰਭੂ ਤੇਰੀਆਂ ਸਾਰੀਆਂ ਭਲਾਈਆਂ ਲਈ। ਔਰ ਪਿਆਰੇ ਪਿਤਾ ਪਰਮੇਸ਼ਵਰ, ਬਿਨਾਂ ਮੰਗੇ ਹੀ ਤੂੰ ਸਾਨੂੰ ਸੱਚਮੁੱਚ ਸਭ ਕੁਝ ਮੁਹੱਈਆ ਕੀਤਾ ਹੈ। ਹੁਣ ਹੋਣ ਦਿਓ ਪਿਆਰੇ ਪ੍ਰਭੂ ਕਿ ਸਾਡਾ ਸਭ ਦਾ ਭਰੋਸਾ ਤੁਹਾਡੇ ਵਚਨ ਤੇ ਹੋਵੇ ਔਰ ਤੁਹਾਡੇ ਉਸ ਮੁਕਤੀ ਦੇ ਸੁਨੇਹੇ ਤੇ ਹੋਵੇ ਜੋ ਤੁਸੀਂ ਯਿਸੂ ਮਸੀਹ ਦੇ ਰਾਹੀਂ ਸਾਡੇ ਲਈ ਪ੍ਰਗਟ ਕੀਤਾ ਹੈ। ਪਿਆਰੇ ਪਿਤਾ ਪਰਮੇਸ਼ਵਰ, ਸਾਡਾ ਸਭ ਦਾ ਭਰੋਸਾ ਤੇਰੇ ਪੁੱਤਰ ਪ੍ਰਭੂ ਯਿਸੂ ਦੇ ਉੱਤੇ ਹੋਵੇ ਕਿ ਉਸ ਦਾ ਲਹੂ ਸਾਨੂੰ ਧੋ ਕੇ ਸ਼ੁੱਧ ਕਰਦਾ ਹੈ ਤੇ ਸਾਨੂੰ ਪਵਿੱਤਰ ਕਰਦਾ ਹੈ। ਪਿਆਰੇ ਪ੍ਰਭੂ ਜੀ, ਅਸੀਂ ਉਹਨਾਂ ਲਈ ਪ੍ਰਾਰਥਨਾ ਕਰਦੇ ਜਿਹੜੇ ਬਹੁਤ ਲੰਬੇ ਸਮੇਂ ਤੋਂ ਮੈਡੀਸਿਨ ਲੈ ਰਹੇ ਨੇ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਅਦਭੁਤ ਕੰਮ ਹੋਵੇ। ਜਦੋਂ ਤੇਰੇ ਵਚਨਾਂ ਨੂੰ ਮਹਾਨ ਪ੍ਰਭੂ ਆਪਣੇ ਦਿਲ 'ਚ ਜਮ੍ਹਾਂ ਕਰਨ ਤਾਂ ਪਿਆਰੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਕਿ ਤੇਰੇ ਵਚਨ ਹੀ ਇਹਨਾਂ ਲਈ ਮੈਡੀਸਿਨ ਬਣ ਜਾਣ। ਔਰ ਪਿਆਰੇ ਪ੍ਰਭੂ ਜੀ, ਉਹਨਾਂ ਸਾਰੇ ਪਿਆਰੇ ਪ੍ਰਭੂ ਜੀ ਬੰਧਨਾਂ ਤੋਂ ਆਜ਼ਾਦ ਹੋ ਜਾਣ ਜੋ ਸ਼ੈਤਾਨ ਇਹਨਾਂ ਉੱਤੇ ਪਾਏ ਹੋਏ ਨੇ। ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਇਹਨਾਂ ਦੀ ਆਜ਼ਾਦੀ ਦੀ, ਡਿਲੀਵਰੈਂਸ ਦੀ ਘੋਸ਼ਣਾ ਕਰਦੇ ਹਾਂ। ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ। ਸ਼ਾਲੋਮ। ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ। ਆਮੀਨ।